सूही महला तीजा। काया कामण अत सुवालिया, पैर वसा जिस नाले। पैर सच्चे ते सदा सुहागणा, गुर का शब्द संभाले। हर की भगत सदा रंग राता, हम मैं विचा हों जाले। वाहु वाहु पूरे गुर की बाणी, पूरे गुर ते उपजी साच समाणी। रहाओ। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुगे अटल शब्दा अवतार। दसां पातशाहियां दी आत्मक जोत, धन धन सतगुरु श्री गुरु ग्रंथ साहिब सच्चे पातशाह जी महाराज जी दी पावन पवित्र हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी, सुन सुन होवे परमगत मेरी। जलन बुझी शीतल हुए मनुआ, सतगुर का दर्शन पाई जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। तीजे पातशाह जी दियाँ अष्टपदियाँ चल रही हैं, जिहदे विच कल 1.5 अष्टपदी की कथा हुई सी और इत्थे विश्राम दिता। वाहो वाहो पूरे गुर की बाणी, पूरे गुर ते उपजी साच समाणी। वाहो वाहो बाणी निरंकार है, तिस जी बड़बर ना कोय। पूरे गुरां दी बाणी आश्चर्य है, आश्चर्य है, जो पूरियां गुरां तो पैदा हुई है। महाराज दे हिरदे में समाई हुई है। जो धुर की बाणी सारियां चिंतावां फिक्रां नूं मिटण वाली है। ओ वाह है, वाह है, आश्चर्य है, पूरियां गुरां तो ही प्रगट हुई है। धुर की बाणी आई, तिन सगली चिंत मिटाई। कर्म अकर्म विचारिए, संसा सुन वेद पुराण। संसा सद हिरदय बसै, कौन हिरै अभिमान। वेदां शास्त्रां दे पढ़न सुनन तो मन विच संशय उत्पन्न हुंदे हन, पर जो ये धुर की बाणी है, इस बाणी दे पढ़न सुनन तो परम शंके निवृत्त हो के ब्रह्म दे विच बिरती जा अभेद हुंदी है। इसलिए ये बाणी धनता दी योग है। इस तो अगली कथा सुनो जी। प्यार नाल गज के आखो सतनाम श्री वाहिगुरु जी। सतनाम श्री वाहिगुरु साहिब जीओ। काया अंदर सब के सवसै। तीजे पातशाह सतगुरु अमरदास साहब जी फरमाउंदे ने, हे भाई इस काया शरीर के अंदर सब कुछ ही वसदा है। खंड मंडल पाताला। 9 खंड मंडल ते पताल आदि सारा कुछ वसदा है।
ਅਰਥਾਤ ਜੋਗੀਆਂ ਦੇ ਮਤ ਅਨੁਸਾਰ ਜੋਗੀ ਲੋਕ ਧਿਆਨ ਲਾ ਕੇ ਪੈਰ ਤੋਂ ਲੱਕ ਤੱਕ ਪਤਾਲ ਮੰਨਦੇ ਨੇ। ਧੁਨੀ ਵਾਲੇ ਸਥਾਨ ਨੂੰ ਮਾਤਲੋ ਕਹਿੰਦੇ ਨੇ ਅਤੇ ਧੁਨੀ ਤੋਂ ਉੱਪਰ ਮਸਤਕ ਤੱਕ ਉੱਪਰਲੇ 7 ਆਕਾਸ਼ ਮੰਨਦੇ ਨੇ। ਵੇਦਾਂਤ ਮਤ ਅਨੁਸਾਰ ਵੇਦਾਂਤੀ ਕਹਿੰਦੇ ਨੇ ਕਿ ਬੁੱਧੀ ਦੇ ਅੰਦਰ ਸਾਰੇ ਪਦਾਰਥ ਕਲਪਿਤ ਹਨ। ਭਾਵ ਜਿਹੋ ਜਿਹੀ ਕੋਈ ਵਾਸ਼ਨਾ ਲੈ ਕੇ ਬੈਠਦਾ, ਜਿਤਨੇ ਪਦਾਰਥ ਵੇਖਦਾ, ਉਹ ਸਾਰੇ ਸੰਸਕਾਰ ਬੁੱਧੀ ਅੰਦਰ ਭਰੇ ਪਏ ਨੇ, ਜੋ ਬੁੱਧੀ ਵਿੱਚ ਅਕਸ਼ਰੂਪ ਹੋ ਕੇ ਪ੍ਰਤੀਤ ਹੁੰਦੇ ਹਨ। ਇਸੇ ਪ੍ਰਕਾਰ ਕਾਇਆ ਅੰਦਰ ਸਭ ਕਿਸ ਵਸੈ। ਕਾਇਆ ਸਰੀਰ ਦੇ ਅੰਦਰ ਸਭ ਕੁਝ ਵਸਦਾ ਹੈ। ਖੰਡ ਮੰਡਲ ਪਾਤਾਲਾ। ਸੋ 9 ਖੰਡਾਂ ਦੀ ਤਰ੍ਹਾਂ 9 ਟੁਕੜੇ, 4 ਲੱਤਾਂ ਦੇ, 4 ਬਾਹਾਂ ਦੇ ਅਤੇ 1 ਧੜ ਹਨ। ਮੰਡਲ ਤੋਂ ਭਾਵ ਵੱਖੋ ਵੱਖਰੇ ਅੰਗਾਂ ਤੋਂ ਹੈ, ਅਤੇ ਪਤਾਲ ਤੋਂ ਪੈਰ ਨੇ ਜੋ ਇਸ ਸਰੀਰ ਦੇ ਵਿੱਚ ਵਸਦੇ ਨੇ। ਇਸੇ ਪ੍ਰਕਾਰ ਖੰਡ ਮੰਡਲ ਪਾਤਾਲਾ। ਇਸ ਬੁੱਧੀ ਰੂਪ ਕਾਇਆ ਦੇ ਵਿੱਚ 9 ਖੰਡਾਂ ਦੀ ਤਰ੍ਹਾਂ ਨਵਦਾ ਭਗਤੀ, ਮੰਡਲ ਦੇਸ਼ ਦੀ ਤਰ੍ਹਾਂ ਸਾਧਨ ਅਤੇ ਪਤਾਲ ਦੀ ਤਰ੍ਹਾਂ ਨਿਮਰਤਾ ਦੇ ਗੁਣ ਵਸਦੇ ਨੇ। ਇਸੇ ਪ੍ਰਕਾਰ ਕਾਇਆ ਅੰਦਰ ਸਭ ਕਿਸ ਵਸੈ। ਈਸ਼ਰ ਦੀ ਵਿਰਾਟ ਰੂਪ ਕਾਇਆ ਦੇ ਵਿੱਚ ਪ੍ਰਤੱਖ 9 ਖੰਡ। ਖੰਡ ਮੰਡਲ ਪਾਤਾਲਾ। ਪ੍ਰਤੱਖ 9 ਖੰਡ, ਮੰਡਲ 400 ਕੋਹ ਦਾ ਗੋਲਾਕਾਰ ਇਲਾਕਾ। ਮੰਡਲ ਦੇਸ਼ ਅਤੇ ਪਤਾਲ ਆਦਿ ਸਭ ਕੁਝ ਵਸ ਰਿਹਾ ਹੈ। ਕਾਇਆ ਅੰਦਰ ਜਗ ਜੀਵਨ ਦਾਤਾ ਵਸੈ। ਕਾਇਆ ਨਾਮ ਦੇਹ ਦਾ ਵੀ ਹੈ, ਕਾਇਆ ਨਾਮ ਬੁੱਧੀ ਦਾ ਵੀ ਹੈ। ਇਹ ਦੇਹ ਹੀ ਜਾਂ ਬੁੱਧੀ ਦੇ ਅੰਦਰ ਜਗ ਦਾ ਜੀਵਨ ਰੂਪ ਦਾਤਾਰ ਪਰਮੇਸ਼ਰ ਵਸਦਾ ਹੈ। ਸਭਨ ਕਰੇ ਪ੍ਰਤਪਾਲਾ। ਜੋ ਸਾਰੇ ਜੀਵਾਂ ਦੇ ਪ੍ਰਤ ਤਾਈਂ ਪਾਲਣਾ ਕਰਦਾ ਹੈ। ਕਾਇਆ ਕਾਮਨ ਸਦਾ ਸੁਹੇਲੀ। ਇਹ ਕਾਇਆ ਦੇਹੀ ਜਾਂ ਬੁੱਧ ਰੂਪ ਇਸਤਰੀ ਹਮੇਸ਼ਾ ਹੀ ਸ਼ੋਭਨੀਕ ਸੁਖੀ ਹੈ। ਗੁਰਮੁਖ ਨਾਮ ਸੰਭਾਲਾ। ਜਿਸ ਨੇ ਗੁਰਮੁਖ ਹੋ ਕੇ ਗੁਰਾਂ ਦੁਆਰਾ ਪਤੀ ਪਰਮੇਸ਼ਰ ਦਾ ਨਾਮ ਸੰਭਾਲਾ ਯਾਦ ਕੀਤਾ ਹੈ। ਕਾਇਆ ਅੰਦਰ ਆਪੇ ਵਸੈ। ਇਸ ਕਾਇਆ ਦੇਹੀ ਦੇ ਅੰਦਰ ਆਪ ਹੀ ਪਰਮੇਸ਼ਰ ਵਸ ਰਿਹਾ ਹੈ। ਅਲਖ ਨਾ ਲਖਿਆ ਜਾਈ। ਜੋ ਲਖਣ ਤੋਂ ਰਹਿਤ ਹੈ ਤੇ ਕਿਸੇ ਕੋਲੋਂ ਵੀ ਜਾਣਿਆ ਨਹੀਂ ਜਾਂਦਾ। ਮਨ ਮੁਖ ਮੁਗਧ ਬੂਝੈ ਨਾਹੀ। ਪਰ ਮਨਮੁਖ ਬੇਸਮਝ ਪੁਰਸ਼ ਉਹਨੂੰ ਬੁੱਝਦੇ ਨਹੀਂ ਹਨ। ਬਾਹਰ ਪਾਲਣ ਜਾਈ। ਸਗੋਂ ਬਾਹਰ ਜੰਗਲਾਂ ਆਦਿਕ ਵਿੱਚ ਲੱਭਣ ਲਈ ਜਾਂਦੇ ਨੇ। ਸਤਿਗੁਰ ਸੇਵੇ ਸਦਾ ਸੁਖ ਪਾਏ। ਜਿਹੜੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਦੇ ਨੇ ਉਹ ਹਮੇਸ਼ਾ ਆਤਮਿਕ ਆਨੰਦ ਨੂੰ ਪਾ ਲੈਂਦੇ ਨੇ। ਸਤਿਗੁਰ ਲੱਖ ਦਿੱਤਾ ਲਖਾਈ। ਕਿਉਂਕਿ ਸਤਿਗੁਰੂ ਜੀ ਨੇ ਲਖਣ ਤੋਂ ਰਹਿਤ ਸਰੂਪ ਲਕਸ਼ਣਾ ਬਿਰਤੀ ਕਰਕੇ ਲਖਾ ਜਨਾ ਦਿੱਤਾ ਹੈ। ਕਾਇਆ ਅੰਦਰ ਰਤਨ ਪਦਾਰਥ। ਇਸ ਕਾਇਆ ਜਿਹੜੀ ਦੇਹ ਹੈ, ਬੁੱਧੀ ਹੈ, ਇਹਦੇ ਵਿੱਚ ਵੈਰਾਗ ਰੂਪੀ ਰਤਨ ਹੈ। ਧਰਮ ਅਰਥ ਕਾਮ ਮੋਖ ਰੂਪ ਪਦਾਰਥ। ਭਗਤ ਭਰੇ ਭੰਡਾਰਾ। ਅਤੇ ਭਗਤੀ ਦੇ ਖਜ਼ਾਨੇ ਭਰੇ ਪਏ ਹਨ। ਇਸ ਕਾਇਆ ਅੰਦਰ 9 ਖੰਡ ਪ੍ਰਿਥਵੀ। ਇਸ ਕਾਇਆ ਦੇਹ ਦੇ ਅੰਦਰ 9 ਖੰਡ ਧਰਤੀ। ਹਾਟ ਪਟਣ ਬਾਜ਼ਾਰ। ਹਾਟ ਸ਼ਹਿਰ ਅਤੇ ਬਾਜ਼ਾਰ ਆਦਿਕ ਹਨ। ਇਸੇ ਪ੍ਰਕਾਰ ਹਾਟ ਪਟਣ ਬਾਜ਼ਾਰ। शुरू से पढ़ दो
ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ। ਇਸ ਕਾਇਆ ਦੇ ਦੇਹ ਦੇ ਅੰਦਰ ਧਰਤੀ ਦੇ 9 ਜੋੜ ਜਾਂ 9 ਗੋਲਕਾਂ, ਪ੍ਰਿਥਵੀ ਤੋਂ ਭਾਵ ਲੱਕ ਅਤੇ ਹਾੜ ਪਟਣ ਬਾਜ਼ਾਰਾ। ਹਾੜ ਤੋਂ ਹਿਰਦਾ, ਪਟਣ ਤੋਂ ਭਾਵ 10ਵਾਂ ਦੁਆਰ ਤੇ ਬਾਜ਼ਾਰ ਤੋਂ ਭਾਵ 10 ਇੰਦਰੀਆਂ ਹਨ। ਇਸੇ ਪ੍ਰਕਾਰ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ। ਇਸ ਦੇਹ ਜਾਂ ਬੁੱਧੀ ਦੇ ਅੰਦਰ 9 ਖੰਡਾਂ ਦੀ ਰਚਨ ਵਾਲਾ ਭੂਮਾਰੂ ਬ੍ਰਹਮ ਅੰਦਰ ਹੀ ਵਸਦਾ। ਹਾਟ ਪਟਣ ਬਾਜ਼ਾਰਾ ਜੋ ਕਿ ਸੋ 9 ਖੰਡਾਂ ਰੂਪੀ ਹਟ, 9 ਖੰਡਾਂ ਦੇ ਰਚਨ ਵਾਲਾ ਪ੍ਰਿਥਵੀ ਭੂਮਾਰੂ ਬ੍ਰਹਮ ਇਸ ਕਾਇਆ ਦੇ ਅੰਦਰ ਵਸਦਾ ਹੈ। ਜਿਹਨੇ 9 ਖੰਡਾਂ ਰੂਪੀ ਹਟ, 7 ਦੀਪਾਂ ਰੂਪੀ ਜਿਹੜੇ ਸ਼ਹਿਰ ਨੇ ਅਨੇਕਾਂ ਬ੍ਰਹਮੰਡਾਂ ਰੂਪ ਬਾਜ਼ਾਰ ਬਣਾਏ ਹੋਏ ਹਨ। ਇਸ ਕਾਇਆ ਅੰਦਰ ਨਾਮ 9 ਨਿਧ। ਇਸ ਕਾਇਆ ਦੇ ਅੰਦਰ ਨਾਮ ਅਤੇ 9 ਨਦੀਆਂ ਵੀ ਹਨ, ਜਾਂ 9 ਨਦੀਆਂ ਦੇ ਦੇਣ ਵਾਲਾ ਨਾਮ ਹੈ। ਪਾਈਐ ਗੁਰ ਕਾ ਸ਼ਬਦ ਵਿਚਾਰਾ। ਜੋ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਕਰਕੇ ਪ੍ਰਾਪਤ ਕਰੀਦਾ ਹੈ। ਕਾਇਆ ਅੰਦਰ ਤੋਲ ਤੁਲਾਵੈ। ਇਸ ਕਾਇਆ ਦੇ ਵਿੱਚ ਬ੍ਰਹਮ ਦੀ ਵਿਚਾਰ ਨੂੰ ਵਿਚਾਰੀਦਾ ਹੈ। ਆਪੇ ਤੋਲਣ ਹਾਰਾ। ਪਰ ਆਪ ਹੀ ਪਰਮੇਸ਼ਰ ਵਿਚਾਰਨ ਵਾਲਾ ਹੈ। ਆਪੇ ਕੰਡਾ ਆਪ ਤਰਾਜੀ, ਬ੍ਰਹਮ ਆਪੇ ਤੋਲ ਤੁਲਾਇਆ। ਆਪੇ ਸਾਹੂ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਸੋ ਆਪ ਹੀ ਕੰਡਾ ਰੂਪ ਹੈ, ਤਕੜੀ ਹੈ, ਅਤੇ ਆਪ ਹੀ ਵਿੱਚ ਬਹਿ ਕੇ ਆਪਣੇ ਆਪ ਨੂੰ ਤੋਲਣ ਵਾਲਾ ਜਾਂ ਜੀਵਾਂ ਨੂੰ ਤੋਲਣ ਵਾਲਾ, ਉਹਨਾਂ ਦੇ ਕਰਮਾਂ ਦੀ ਵਿਚਾਰ ਕਰਨ ਵਾਲਾ, ਪਾਲਣਾ ਲਹਿਤਾ ਕਰਨ ਵਾਲਾ ਹੈ। ਇਹੋ ਮਨ ਰਤਨ ਜਵਾਹਰ ਮਾਨਕ। ਇਸ ਮਨ ਦੇ ਅੰਦਰ ਰਤਨਾਂ ਦੀ ਤਰ੍ਹਾਂ ਵੈਰਾਗ, ਜਵਾਹਰ ਦੀ ਤਰ੍ਹਾਂ ਗਿਆਨ ਅਤੇ ਮਾਨਕਾਂ ਦੀ ਤਰ੍ਹਾਂ ਸ਼ਰਵਣ ਮੰਨਣ ਆਦਿ ਸਾਧਨਾ ਹਨ। ਤਿਸ ਕਾ ਮੂਲ ਅਫਾਰਾ। ਉਹਨਾਂ ਸਾਧਨਾਂ ਦਾ ਬਹੁਤ ਮੁੱਲ ਵੀ ਹੈ। ਮੂਲ ਕਿਤਹਿ ਨਾਮ ਪਾਈਆ ਨਾਹੀ। ਪਰ ਇਹਨਾਂ ਦੇ ਬਹੁਤੇ ਮੁੱਲ ਕਰਕੇ ਕਿਤੋਂ ਵੀ ਨਾਮ ਨਹੀਂ ਪਾਈਦਾ। ਨਾਮ ਪਾਈਆ ਗੁਰ ਵਿਚਾਰਾ। ਇਹ ਨਾਮ ਦਾ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਨੂੰ ਧਾਰਨ ਕਰਕੇ ਹੀ ਪਾਈਦਾ ਹੈ। ਗੁਰਮੁਖ ਹੋਵੈ ਸੋ ਕਾਇਆ ਖੋਜੈ। ਜੋ ਗੁਰਾਂ ਦੁਆਰਾ ਗੁਰਮੁਖ ਹੁੰਦਾ ਹੈ, ਉਹ ਆਪਣੀ ਦੇਹ ਬੁੱਧੀ ਨੂੰ ਖੋਜਦਾ ਹੈ। ਹੋਰ ਸਭ ਭਰਮ ਭੁਲਾਈ। ਬਾਕੀ ਹੋਰ ਸਾਰੀ ਸ੍ਰਿਸ਼ਟੀ ਭਰਮ ਕਰਕੇ ਭੁੱਲਣ ਵਿੱਚ ਆ ਰਹੀ ਹੈ। ਜਿਸ ਨੂੰ ਦੇ ਸੋਈ ਜਨ ਪਵੈ। ਜਿਸ ਮਨੁੱਖ ਨੂੰ ਪਰਮੇਸ਼ਰ ਆਪ ਗੁਰੂ ਰੂਪ ਹੋ ਕੇ ਨਾਮ ਦੀ ਦਾਤ ਦਿੰਦਾ ਹੈ, ਉਹ ਪੁਰਖ ਇਸ ਦਾਤ ਨੂੰ ਪਾਉਂਦਾ ਹੈ। ਦਾਤ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਤਰਗੈ ਜਾਪੈ ਸਈ। ਹੋਰ ਕਿਆ ਕੋ ਕਰੇ ਚਤਰਾਈ। ਜਿਹਨੂੰ ਪਰਮੇਸ਼ਰ ਗੁਰੂ ਰੂਪ ਹੋ ਕੇ ਨਾਮ ਦੀ ਦਾਤ ਦਿੰਦਾ ਹੈ, ਉਹੀ ਇਸ ਦਾਤ ਨੂੰ ਪਾਉਂਦਾ ਹੈ। ਹੋਰ ਕੋਈ ਸਿਆਣਪ ਕੀ ਕਰ ਸਕਦਾ? ਭਾਵ ਹੋਰ ਅਨੇਕਾਂ ਚਤੁਰਾਈਆਂ ਨਾਲ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਈਐ। ਤੁਠਾ ਸਾਹਿਬ ਜੋ ਦੇਵੈ, ਸੋਈ ਸੁਖ ਪਾਈਐ। ਕਾਇਆ ਅੰਦਰ ਭਉ ਭਾਉ ਵਸੈ। ਇਸ ਕਾਇਆ ਦੇ ਬੁੱਧੀ ਵਿੱਚ ਹੀ ਪਰਮੇਸ਼ਰ ਦਾ ਡਰ ਅਤੇ ਪ੍ਰੇਮ ਵਸਦਾ ਹੈ। ਗੁਰ ਪ੍ਰਸਾਦੀ ਪਾਈ। ਪਰ ਇਹ ਗੁਣ ਗੁਰੂ ਦੀ ਕਿਰਪਾ ਕਰਕੇ ਹੀ ਪ੍ਰਾਪਤ ਕਰੀਦੇ ਹਨ। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ। ਇਸ ਕਾਇਆ ਦੇਹ ਦੇ ਅੰਦਰ ਬ੍ਰਹਮਾ ਵੀ ਹੈ, ਵਿਸ਼ਨੂੰ ਵੀ ਹੈ, ਸ਼ਿਵ ਜੀ ਵੀ ਹੈ।
ਸਾਬਾਇਓ ਪਤ ਜਿਤ ਸੰਸਾਰਾ। ਜਿਨ੍ਹਾਂ ਦੇਵਤਿਆਂ ਤੋਂ ਸਾਰਾ ਜਗਤ ਉਤਪਤ, ਪਾਲਣਾ ਤੇ ਫਿਰ ਸੰਘਾਤ ਹੁੰਦਾ ਹੈ, ਉਹ ਸਾਰੇ ਇਸ ਦੇਹ ਦੇ ਵਿੱਚ ਵਸ ਰਹੇ ਹਨ। ਇਸੇ ਪ੍ਰਕਾਰ ਕਾਹਿਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ। ਇਹ ਸਰੀਰ ਵਿੱਚ ਤਿੰਨਾਂ ਗੁਣਾਂ ਦੀ ਪ੍ਰਵਿਰਤੀ ਹੈ। ਜਿਸ ਵੇਲੇ ਰਜੋਗੁਣ ਹੈ ਉਦੋਂ ਬ੍ਰਹਮਾ ਦਾ ਨਿਵਾਸ ਹੈ, ਸਤੋਗੁਣ ਵੇਲੇ ਵਿਸ਼ਨੂੰ ਦਾ, ਅਤੇ ਤਮੋਗੁਣ ਵੇਲੇ ਸ਼ਿਵ ਜੀ ਦਾ ਨਿਵਾਸ ਹੈ। ਇੰਜ ਸਾਬਾਇਓ ਪਤਾ ਜਿਤ ਸੰਸਾਰਾ। ਇਹ ਸਾਰੇ ਇਸ ਕਾਇਆ ਦੇਹ ਜਾਂ ਬੁੱਧੀ 'ਚ ਹੀ ਵਸਦੇ ਨੇ। ਜਿਸ ਪਰਮੇਸ਼ਰ ਤੋਂ ਬ੍ਰਹਮਾ ਵਿਸ਼ਨੂੰ ਮਹੇਸ਼ ਉਤਪੰਨ ਹੋਏ ਨੇ, ਉਹ ਪਰਮੇਸ਼ਰ ਇਸ ਕਾਇਆ ਦੇ ਅੰਦਰ ਹੀ ਵਸ ਰਿਹਾ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਇਸ ਲਈ ਆਖਿਆ ਹੈ ਸੱਚਾ ਆਪਣਾ ਖੇਲ ਰਚਾਇਆ। ਇਹ ਸੰਸਾਰ ਸੱਚੇ ਪਰਮੇਸ਼ਰ ਨੇ ਆਪ ਦਾ ਇੱਕ ਖੇਡ ਰਚਾਇਆ ਹੋਇਆ ਹੈ। ਆਵਾ ਗਾਉਣ ਪਸਾਰਾ, ਜੋ ਆਉਣ ਜਾਣ ਵਾਲਾ ਖਿਲਾਰਾ ਹੈ। ਪੂਰਾ ਸਤਿਗੁਰ ਆਪ ਦਿਖਾਇਆ। ਪੂਰੇ ਸਤਿਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਬ੍ਰਹਮ ਆਪਣਾ ਆਤਮ ਰੂਪ ਕਰਕੇ ਦਿਖਾਇਆ ਹੈ। ਸੱਚ ਨਾਮ ਨਿਸਤਾਰਾ, ਉਹਨਾਂ ਦਾ ਪਰਮੇਸ਼ਰ ਦੇ ਸੱਚੇ ਨਾਮ ਕਰਕੇ ਸੰਸਾਰ ਤੋਂ ਪਾਰ ਉਤਾਰਾ ਹੁੰਦਾ ਹੈ। ਸਾ ਕਾਇਆ ਜੋ ਸਤਿਗੁਰ ਸੇਵਾ। ਉਹੀ ਕਾਇਆ ਸਰੀਰ ਦੇਹ ਬੁੱਧੀ ਸਫਲੀ ਹੈ ਜੋ ਸਤਿਗੁਰੂ ਸਾਹਿਬ ਨੂੰ ਸੇਵਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਜਿੰਦਿਆਵਰ ਪਾਉਣਾ ਹਉਮੈ ਵਿੱਚੋਂ ਜਾਏ। ਸੱਚਾ ਆਪ ਸਵਾਰੀ, ਸੱਚੇ ਪਰਮੇਸ਼ਰ ਨੇ ਆਪ ਦੇ ਸਰੂਪ 'ਚ ਭੇਦ ਕਾ ਰੂਪ ਸੁਧਾਰ ਲਈ ਹੈ। ਵਿਣ ਨਾਵੈ ਦਰ ਢੋਈ ਨਾਹੀ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਪਰਮੇਸ਼ਰ ਦੀ ਦਰਗਾਹ ਵਿੱਚ ਕਿਸੇ ਨੂੰ ਵੀ ਢੋਈ ਓਟ ਪਨਾਹ ਨਹੀਂ ਮਿਲੇਗੀ। ਤਾਂ ਜਮ ਕਰੇ ਖੁਆਰੀ, ਤਾਂ ਯਮਰਾਜ ਵੀ ਨਾਮਹੀਣੇ ਪੁਰਸ਼ਾਂ ਨੂੰ ਖਰਾਬ ਕਰੇਗਾ, ਭਾਵ ਦੰਡ ਦੇਵੇਗਾ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਨਾਨਕ ਸੱਚ ਵਡਿਆਈ ਪਾਏ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਇਸ ਕਾਇਆ ਨੂੰ ਪ੍ਰਾਪਤ ਕਰਕੇ ਉਹੀ ਪੁਰਸ਼ ਸੱਚੀ ਵਡਿਆਈ ਨੂੰ ਪਾ ਸਕਦਾ ਹੈ। ਜਿਸ ਨੂੰ ਹਰ ਕਿਰਪਾ ਤਾਰੀ, ਜਿਸ ਦੀ ਤਾਈਂ ਹਰੀ ਪਰਮੇਸ਼ਰ ਨੇ ਆਪਣੀ ਮਿਹਰ ਧਾਰਨਾ ਕੀਤੀ ਹੈ। ਰਾਗ ਸੂਹੀ ਮਹਲਾ ਤੀਜਾ। ਸੂਹੀ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਇਹ ਪਾਵਨ ਉਪਦੇਸ਼ ਉਚਾਰਦੇ ਨੇ। ਘਰ ਦਸਵਾ, ਦਸਵੇਂ ਸੁਰ ਤਾਲ ਦੇ ਵਿੱਚ ਇਹ ਸ਼ਬਦ ਉਚਾਰ ਰਹੇ ਹਨ। ਇੱਕ ਓੰਕਾਰ, ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤ ਹੈ ਚਿਤ ਹੈ ਤੇ ਆਨੰਦ ਰੂਪ ਹੈ। ਇਹ 24 ਪੌੜੀਆਂ ਵਾਲੀ ਅਸ਼ਟਪਦੀ ਮਹਾਰਾਜ ਉਚਾਰਦੇ ਨੇ। ਦੁਨੀਆ ਨਾ ਸਾਲਾਹੇ, ਸਾਡਾ ਕੰਮ ਕੀ ਹੈ, ਜਿਹਦੇ ਨਾਲ ਸਾਡੀ ਬਣਦੀ ਹੈ ਤਾਂ ਅਸੀਂ ਉਹਦੀ ਸਿਫਤ ਦੇ ਪੜੁੱਲ ਬੰਨ੍ਹਦੇ ਨਹੀਂ ਥੱਕਦੇ ਹਾਂ ਕਿ ਫਲਾਣਾ ਆਦਮੀ ਤਾਂ ਬਹੁਤ ਚੰਗਾ ਹੈ ਜੀ, ਬਹੁਤ ਚੰਗਾ ਹੈ। ਜਿਸ ਦਿਨ ਉਹਦੇ ਨਾਲ ਵਿਗੜ ਗਈ ਫਿਰ ਆਪਾਂ ਕਹਿਣਾ ਵੀ ਉਹ ਮਾੜਾ ਹੈ। ਤੋ ਇਸ ਲਈ ਵਾਧੂ ਦੀ ਜ਼ਬਾਨ ਘਸਾਈ। ਜਿਸ ਤਰ੍ਹਾਂ ਦਾ ਰੱਬ ਨੇ ਬੰਦਾ ਬਣਾਇਆ ਰਹਿਣਾ ਤਾਂ ਉਸ ਤਰ੍ਹਾਂ ਦਾ ਹੀ ਹੈ। ਸਾਡੇ ਕਹਿਣ ਨਾਲ ਚੰਗਾ ਨਹੀਂ ਹੁੰਦਾ, ਸਾਡੇ ਕਹਿਣ ਨਾਲ ਮਾੜਾ ਨਹੀਂ ਹੁੰਦਾ। ਸੋ ਚੰਗੇ ਅਤੇ ਮਾੜੇ ਸਭ ਪਰਮੇਸ਼ਰ ਦੀ ਰਚਨਾ ਹੈ। ਇਸ ਲਈ ਕਿਸੇ ਨੂੰ ਨਿੰਦਣ ਦੀ ਬਜਾਏ ਜਾਂ ਕਿਸੇ ਦੀ ਸਿਫਤ ਕਰਨ ਦੀ ਬਜਾਏ ਕਿਉਂ ਨਾ ਪਰਮਾਤਮਾ ਦਾ ਨਾਮ ਜਪਿਆ ਜਾਏ, ਉਹਦੀ ਬਾਣੀ ਪੜ੍ਹੀ ਜਾਏ। ਜੇ ਸਿਫਤ ਕਰਨੀ ਹੈ
एक वाहिगुरु दी कीती जाए, दुनिया नूं कदी भी ना सलाइए। सो इको एक परमेश्वर अकाल पुरख वाहिगुरु की सिफत करिए, क्योंकि जिहड़ी दुनिया है ये कई रूप हैं जिहड़े असीं वेखे नहीं हुंदे। एक रूप की आपां सिफत करते हैं, जदों रूप बदल लैंदा फिर आपां निंदिया करन लग पैंदे हाँ। इको एक परमात्मा है जिहड़ा सिफतां वाला है, जिहड़ा गुणां वाला है, जिहदे च औगण कोई नहीं है, सारे गुण ही गुण हैं। इसलिए महाराज कहते ने जिहड़ी झूठी दुनिया है कदी भी उहदी सलोता ना करो। अजकल दे पंजाबी गाणियां दे विच इको ही गल शरीर की सिफत की जाती है, पर रब ना करे किते कोई राह जांदियां सट पिट लग जाए या कोई एक्सीडेंट किसी भी तरीके नाल, वो सारी रूप रेखा बिगड़ जाएगी। इसलिए ये सुंदरता जो भी है परमात्मा की दिती हुई है, जिन्हें दिती है सिफत उहदी करनी बनती है। ये नहीं भी शीशे में सारी सारी दिहाड़ी मूँह वेखते रहो या एक दूजे की सिफत करते रहो। दर्शन महाराज दे ने, सिफत परमात्मा की है। इसलिए जो सृष्टि की शलाघा है ये कदी भी ना करया करो। दुनिया ना सालाहे महाराज कहते जिहड़ी दो नीहां वाली है, जिहड़ी जम्मी मरेगी भी, बंदा बजुर्ग भी हुंदा, क्यों सृष्टि की शलाघा कदी भी ना करया करो। जो मर वंसी जो मर के चली जाती है, या दुनिया माया की सिफत ना करया करो। जो मरण तो बाद छड्ड के होरना कोल चली जाती है। लोकां ना सलाहे इस दुनिया विचले लोकां दी कदी भी सलोता ना करो। राजनीति विच लिखिया है, चनाका राजनीति विच, अबला सुत ऊप कभी ना कहे। घर वाली दी ते पुत्र दी उपमा जिंदगी विच कदी भुल के भी ना कहे। आपदे पुत्र दी ते घर वाली दी उपमा कदी भी ना आखे। जिहड़ी नौकर दी उपमा है वो दो शब्दों में निबेड़ देवे, वो भी उदों करे जदों बहुत वो कठिन काम करके आवे। दो शब्दों जो दी सिफत करके उत्थे ही समाप्त कर दे। आपदे मूँह तो आपदी सिफत मियाँ मिठू कदी ना बने। ये होशापुणा है। कई मेरे वर्गे असीं उत्थे गए सी, असीं आ कीता सी, असीं आपदे आप नूं बहु वचन करके बोलना, ते दूजे नूं तू आउंदा नहीं होए, तू आ नहीं करदा, दूजे नूं तू कहना। अपने आप नूं असीं तुसीं कहना, दूजे नूं तू कहना। ये आपदी सिफत कदी भी ना करे कि मैं बहुत चंगा, मैं बड़े चंगे काम कीते ने। ये तो दुनिया जानती है ना भी आप किन्ने क चंगे हाँ। जिहड़ा साडे बैनीफिट च असीं वो करते हैं, जिहदा सानूं कोई लाभ नहीं असीं कदी भी करके राजी नहीं। सो गुरु जी की सिफत महाराज की हजूरी च उन्हां दे सन्मुख करे। जिहड़े लोग ने, लोक रिश्तेदार मित्र दोस्त, इन्हां लोकां दी शलाघा कदी भी ना करे। जो मर खाक थी जो लोग मर के स्वाह हो जाते हैं, क्योंकि अज सिफत करांगे फिर वो धोखा दे जाएगा, फिर आपां पछतावांगे। इसलिए बेहतर यह है कि बेअंत बाणियां वाला श्री गुटका साहब आप दे कोल रखो। 5 बाणियां सुखमनी साहब तां पढ़दे ही हो, जे टाइम होवे ते होर बाणी अकाल उस्तत हो गई, या दखनी ओंकार 5 ग्रंथी की बाणी, आसा दी वार, कुछ भी बाणी वो गुटके साहब के नाल अपना दिल लाइए। फजूल की जबान कसाई वे समा खराब ना करिए। जिन्हें मारी जाना वो सिफत कादी करनी, रब की सिफत करो, गुरु की करो।
ਜਿਹੜਾ ਹਮੇਸ਼ਾ ਜਿਉਂਦਾ ਹੈ। ਸਰੀਰ ਤਾਂ ਨਾਸਵੰਤ ਹਨ। ਵਾਹੋ ਮੇਰੇ ਸਾਹਿਬਾਂ ਵਾਹੋ। ਇਸ ਲਈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਜ ਕਹੋ ਕਿ ਮੇਰੇ ਮਾਲਕ ਵਾਹਿਗੁਰੂ ਤੂੰ ਵਾਹੋ ਧੰਨ ਹੈ, ਤੂੰ ਧੰਨ ਹੈ, ਅਚਰਜ ਰੂਪ ਤੇ ਵਾਹੋ ਪ੍ਰੇਰਕ ਹੈ। ਭਾਵ ਵਾਹਿਗੁਰੂ ਵਾਹਿਗੁਰੂ ਕਰਨਾ ਪਰਮਾਤਮਾ ਦੀ ਸਿਫਤ ਹੈ। ਇੰਗਲਿਸ਼ ਦਾ ਵਰਡ ਹੈ ਬਿਊਟੀਫੁੱਲ, ਉਹ ਤੋਂ ਬਾਅਦ ਹੈ ਵੈਰੀ ਬਿਊਟੀਫੁੱਲ। ਇੱਕ ਹੈ ਨਾਈਸ, ਦੂਜਾ ਵੈਰੀ ਨਾਈਸ ਤੇ ਜਾਂ ਗ੍ਰੇਟ। ਇਹ ਤੋਂ ਬਾਅਦ ਕੋਈ ਵਰਡ ਨਹੀਂ ਹੈ। ਪੰਜਾਬੀ ਕੋਸ਼ ਦੇ ਵਿੱਚ ਵੀ ਅਚਰਜ ਹੈ, ਵਿਸਮਾਦ ਹੈ, ਤੇ ਜਿੱਥੇ ਵਰਡ ਮੁੱਕ ਜਾਏ ਉੱਥੇ ਵਾਹ ਕਹੀਦਾ ਹੈ। ਵਾਹ ਦਾ ਅਰਥ ਅਚਰਜ ਵਿਸਮਾਦ ਹੀ ਹੈ। ਤੋ ਗੁਰੂ ਸਾਹਿਬ ਨੇ ਪਰਮਾਤਮਾ ਨੂੰ ਵਾਹੀ ਆਖਿਆ ਸਿਆਰੀ ਨਾਲ, ਜਿਹੜਾ ਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨੇ ਵਾਲਾ। ਵਾਹਿਗੁਰੂ ਕਹਿਣਾ ਉਹਦੀ ਸਿਫਤ ਹੈ। ਮਤਲਬ ਕਿ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਹੋ। ਆਪਦੇ ਮੂੰਹ ਤੋਂ ਕਿਸੇ ਦੀ ਸਿਫਤ ਕਰਨ ਦੀ ਬਜਾਏ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਹੋ। ਗੁਰੂ ਸਾਹਿਬ ਦੀ ਸਿਫਤ ਦੀਆਂ ਸਾਖੀਆਂ ਸੁਣਾਓ, ਇੱਕ ਦੂਜੇ ਨਾਲ ਸਾਂਝੀਆਂ ਕਰੋ। ਮਹਾਰਾਜ ਦੇ ਮੂਲ ਮੰਤਰ 'ਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਸਾਰੀ ਸਿਫਤ ਹੀ ਹੈ। ਇੰਜ ਕਹੋ ਵੀ ਮੇਰੇ ਮਾਲਕਾ ਮੇਰੇ ਵਾਹਿਗੁਰੂ ਤੂੰ ਧੰਨ ਹੈ, ਧੰਨ ਹੈ। ਗੁਰਮੁਖਾ ਸਦਾ ਸਲਾਹੀਆ। ਗੁਰਮੁਖ ਜਨ ਗੁਰਾਂ ਦੁਆਰਾ ਹਮੇਸ਼ਾ ਹੀ ਉਸ ਵਾਹਿਗੁਰੂ ਨੂੰ ਸਲਾਹੁੰਦੇ ਨੇ। ਸੱਚਾ ਵੇ ਪਰਵਾਹੋ। ਜੋ ਤ੍ਰੈ ਕਾਲ ਆਬਾਦ ਰੂਪ ਸੱਚਾ ਤੇ ਬੇਪਰਵਾਹ ਬੇਮੁਹਤਾਜ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਦੁਨੀਆ ਕੇਰੀ ਦੋਸਤੀ। ਜੋ ਦੁਨੀਆ ਸ੍ਰਿਸ਼ਟੀ ਮਾਇਆ ਦੁਨਿਆਵੀ ਲੋਕਾਂ ਦੀ ਦੋਸਤੀ ਮਿੱਤਰਤਾ ਹੈ। ਮਨਮੁਖ ਦਜ ਮਰਾਨਾ। ਮਨਮੁਖ ਲੋਕ ਉਹਦੇ ਵਿੱਚ ਫਸ ਕੇ ਉਹਨਾਂ ਨਾਲ ਪ੍ਰੀਤ ਕਰਕੇ ਤ੍ਰਿਸ਼ਨਾ ਈਰਖਾ ਆਦਿ ਦੀ ਅੱਗ ਵਿੱਚ ਸੜ ਕੇ ਮਰਦੇ ਰਹਿੰਦੇ ਨੇ। ਮੁੰਡੇ ਕੁੜੀਆਂ ਇੱਕ ਦੂਜੇ ਨਾਲ ਪਹਿਲਾਂ ਗੱਲਬਾਤ ਸ਼ੁਰੂ ਕਰ ਲੈਂਦੇ ਨੇ ਅਤੇ ਬਾਅਦ ਦੇ ਵਿੱਚ ਜਦੋਂ ਐਂਡ ਹੁੰਦਾ ਹੈ ਫਿਰ ਲੜ ਪੈਂਦੇ ਨੇ, ਫਿਰ ਇੱਕ ਦੂਜੇ ਤੇਜ਼ਾਬ ਸੁੱਟਦੇ ਨੇ ਜਾਂ ਤਲਾਕ ਹੋ ਜਾਂਦੇ ਨੇ, ਇੱਕ ਦੂਜੇ ਨੂੰ ਮਾਰ ਸੁੱਟਦੇ ਨੇ। ਅਤੇ ਇੰਝ 100 ਵਿੱਚੋਂ 99 ਲੜਾਈਆਂ ਗਲਤ ਮਿੱਤਰਤਾ ਦੋਸਤਾਂ ਨਾਲ ਹੁੰਦੀਆਂ ਨੇ। ਸੋ ਪਹਿਲਾਂ ਗੱਲਬਾਤ ਸ਼ੁਰੂ ਕਰ ਲੈਣੀ, ਬਾਅਦ ਵਿੱਚ ਨਿਭਣੀ ਨਹੀਂ। ਇਸ ਲਈ ਜਿੱਥੇ ਵੱਧ ਮੋਹ ਹੋਵੇਗਾ ਓਨਾ ਹੀ ਉੱਥੇ ਝਗੜਾ ਉਤਪੰਨ ਹੋਵੇਗਾ। ਸੁਖਮਨੀ ਸਾਹਿਬ ਤੁਸੀਂ ਨਿੱਤ ਪੜ੍ਹਦੇ ਹੋ, ਪਾਤਸ਼ਾਹ ਦਾ ਬਚਨ ਹੈ, ਬਟਾਊ ਸਿਉ ਜੋ ਲਾਵੇ ਨੇਹ ਤਾਕੋ ਹਾਥ ਨਾ ਆਵੇ ਕੇਹ। ਇਹ ਸਾਰੇ ਰਾਹੀ ਜੋਤੀ ਨੇ। ਜਿਸ ਤਰ੍ਹਾਂ ਟ੍ਰੇਨ ਦੇ ਵਿੱਚ, ਬੱਸ ਦੇ ਵਿੱਚ ਜਾਂ ਐਰੋਪਲੇਨ 'ਚ ਸਾਡੇ ਕੋਲ ਸਵਾਰੀਆਂ ਬੈਠੀਆਂ ਹੁੰਦੀਆਂ ਨੇ, ਉਨਾ ਕੁ ਚਿਰ ਉਹਨਾਂ ਦਾ ਸਾਥ ਹੈ ਜਿੰਨਾ ਚਿਰ ਅਸੀਂ ਸਫ਼ਰ ਦੇ ਵਿੱਚ ਆ। ਜਦੋਂ ਐਰੋਪਲੇਨ ਦੀ ਬਾਰੀ ਖੁੱਲ੍ਹ ਗਈ ਜਾਂ ਬੱਸ ਜਾਂ ਗੱਡੀ ਦੀ ਬਾਰੀ ਖੁੱਲ੍ਹ ਗਈ, ਉਤਰਦਿਆਂ ਸਾਰ ਹੀ ਉਹਦਾ ਮੂੰਹ ਦੂਜੇ ਪਾਸੇ ਦੱਪਦਾ ਕਿਸੇ ਪਾਸੇ। ਜੇ ਕੋਈ ਰਾਹੀ ਦੇ ਨਾਲ ਮੋਹ ਲਾਵੇਗਾ ਉਹਦੇ ਹੱਥ ਕੁਛ ਵੀ ਨਹੀਂ ਆਵੇਗਾ। ਇਉਂ ਦੁਨੀਆ ਦੀ ਮਿੱਤਰਤਾ ਦੋਸਤਾ ਰਾਹੀਆਂ ਦੀ ਤਰ੍ਹਾਂ ਹੈ। ਇਸ ਲਈ ਜਿਹੜੀ ਦੁਨੀਆ ਦੀ ਦੋਸਤੀ ਹੈ, ਇਹ ਫਰੈਂਡਸ਼ਿਪ ਹੈ, ਇਹ ਬਿਲਕੁਲ ਨਹੀਂ ਕਰਨੀ ਚਾਹੀਦੀ। ਸੰਤਾਂ ਦੇ ਨਾਲ ਆਪਦੀ ਮਿੱਤਰਤਾ ਪਾਓ। ਨਾਨਕ ਕਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਉਹਏ ਜੀਵਨ ਦੇ ਵਿਛੜੇ, ਕੋਈ ਮੋਇਆ ਨਾ ਜਾਹੀ ਛੋੜ। ਕਈਆਂ ਦਾ ਸੁਭਾਅ ਹੁੰਦਾ ਹੈ ਉਹ ਹਰੇਕ ਨੂੰ ਹੀ ਮਾਂ ਬਣਾ ਲੈਂਦੇ ਨੇ, ਹਰੇਕ ਨੂੰ ਹੀ ਭੈਣ ਬਣਾ ਲੈਂਦੇ ਨੇ, ਹਰੇਕ ਨੂੰ ਹੀ ਭੂਆ ਬਣਾ ਲੈਂਦੇ ਨੇ। ਇਹ ਵੀ ਬੁਰਾ ਸੁਭਾਅ ਹੈ। ਬਹੁਤੀਆਂ ਮਾਵਾਂ ਨਹੀਂ ਬਣਾਈ ਦੀਆਂ ਅਤੇ ਬਹੁਤੀਆਂ ਭੈਣਾਂ ਵੀ ਨਹੀਂ ਬਣਾਈ ਦੀਆਂ ਅਤੇ ਬਹੁਤੀਆਂ ਭੂਆ ਵੀ ਨਹੀਂ ਬਣਾਈ ਦੀਆਂ। ਇਹਦੇ ਨਾਲ ਮੋਹ ਵੱਧਦਾ ਹੈ, ਫਿਰ ਵਿਕਾਰ ਉਤਪੰਨ ਹੁੰਦੇ ਨੇ, ਫਿਰ ਪਤਾ ਲੱਗ ਜਾਂਦਾ, ਫਿਰ ਝਗੜਾ ਪੈਂਦਾ ਹੈ। ਇਸ ਲਈ ਜਿਹੜੀ ਆਪ ਦੀ ਮਾਂ ਹੈ ਉਹਦਾ ਹੀ ਸਤਿਕਾਰ ਕਰੀਏ।
ਆਪਦੀ ਭੈਣ ਹੈ ਉਹਦੇ ਕੋਈ ਰੱਖੜੀ ਬਣਾਈਏ ਅਤੇ ਆਪਦਿਆਂ ਨਾਲ ਹੀ ਮਸਾਂ ਮਿਲਿਆ ਜਾਂਦਾ। ਜਿਹੜਾ ਬਹੁਤਿਆਂ ਨਾਲ ਲਿੰਕ ਕਰਨਾ ਹੈ ਉਹ ਪਰੇਸ਼ਾਨੀ ਦਾ ਕਾਰਨ ਹੈ। ਕਲਯੁਗ ਦਾ ਸੁਭਾਵ ਹੈ ਵੀ ਨੇੜਲੇ ਛੱਡ ਕੇ ਅਤੇ ਦੂਜਿਆਂ ਦੇ ਨਾਲ ਲਗਾਵ ਕਰਨਾ। ਤਾਂ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਵੀ ਜਿਹੜੀ ਦੋਸਤੀ ਹੈ, ਰਿਸ਼ਤੇਦਾਰੀ ਹੈ, ਮਿੱਤਰਤਾ ਹੈ, ਮਨਮੁਖ ਲੋਕ ਫਸ ਕੇ ਇਹਨਾਂ 'ਚ ਪਿਆਰ ਕਰਕੇ ਤ੍ਰਿਸ਼ਨਾ ਦੇ ਵਿੱਚ ਮਰਦੇ ਨੇ, ਈਰਖਾ ਵਿੱਚ, ਇਹ ਅੱਗ ਵਿੱਚ ਸੜ ਬਲ ਕੇ ਮਰਦੇ ਰਹਿੰਦੇ ਹਨ। ਜੰਪੁਰ ਬੱਦੇ ਮਾਰੀਆ ਹੈ, ਉਹ ਜਮਾਂ ਦੀ ਪੁਰੀ ਭਾਵ ਧਰਮਰਾਜੇ ਦੀ ਕਚਹਿਰੀ ਵਿੱਚ ਬੰਨੇ ਹੋਏ ਮਾਰੇ ਜਾਂਦੇ, ਕੁੱਟੇ ਜਾਂਦੇ ਨੇ। ਵੇਲਾ ਨਾ ਲਹਨ, ਫਿਰ ਗੁਨਾਹਾਂ ਨੂੰ ਬਖਸ਼ਾਉਣ ਵਾਸਤੇ ਮਨੁੱਖਾ ਜਨਮ ਰੂਪੀ ਵੇਲਾ ਸਮਾਂ ਪ੍ਰਾਪਤ ਨਹੀਂ ਕਰ ਸਕਦੇ। ਗੁਰਮੁਖ ਜਨਮ ਸਕਾਰਥਾ, ਗੁਰਮੁਖ ਜਨਾਂ ਦਾ ਮਨੁੱਖਾ ਜਨਮ ਪ੍ਰਾਪਤ ਕੀਤਾ ਹੋਇਆ ਸਫਲ ਹੈ। ਸੱਚਾ ਸ਼ਬਦ ਲਗਨ, ਕਿਉਂਕਿ ਉਹ ਗੁਰਾਂ ਦੇ ਸੱਚੇ ਉਪਦੇਸ਼ ਜਾਂ ਸੱਚੇ ਬ੍ਰਹਮ ਦੇ ਵਿੱਚ ਲੱਗੇ ਹੋਏ ਹਨ। ਗੁਰਮੁਖ ਆਤਮ ਰਾਮ ਬਰਗਾਸਿਆ, ਉਹਨਾਂ ਨੇ ਆਤਮ ਰਾਮ ਮਨ ਵਿੱਚ ਪਰਮੇਸ਼ਰ ਦੇ ਗਿਆਨ ਦਾ ਪ੍ਰਕਾਸ਼ ਉਹਨਾਂ ਦੇ ਹੋ ਗਿਆ ਹੈ। ਜਾਂ ਇਸੇ ਤਰ੍ਹਾਂ ਆਤਮ ਰਾਮ ਬਰਗਾਸਿਆ, ਉਹਨਾਂ ਨੇ ਜੀਵਾਤਮਾ ਨੂੰ ਤੇ ਰਾਮ ਨੂੰ ਆਪਣਾ ਆਤਮਾ ਰੂਪ ਕਰਕੇ ਜਾਣ ਲਿਆ ਹੈ। ਸਹਿਜੇ ਸੁਖ ਰਹਨ, ਉਹਨਾਂ ਦੇ ਅੰਦਰ ਤਤ ਪਦ ਦੇ ਲੱਖ ਅਰਥ ਤੇ ਤੁੰਗ ਪਦ ਦੇ ਲੱਖ ਅਰਥ ਦੀ ਏਕਤਾ ਦਾ ਪ੍ਰਕਾਸ਼ ਹੋਇਆ ਹੈ, ਜਿਸ ਕਰਕੇ ਉਹ ਸੁਭਾਵਿਕ ਹੀ ਸੁਖੀ, ਸਹਿ ਸਰੂਪ ਦੀ ਸਿਖਿਆਤਾ ਕਰਕੇ ਸੁਖੀ ਰਹਿੰਦੇ ਨੇ। ਗੁਰ ਕਾ ਸ਼ਬਦ ਵਿਸਾਰਿਆ, ਮਨਮੁਖ ਪੁਰਸ਼ਾਂ ਨੇ ਗੁਰੂ ਸਾਹਿਬ ਜੀ ਦਾ ਉਪਦੇਸ਼ ਭੁਲਾ ਦਿੱਤਾ ਹੈ। ਦੂਜੈ ਭਾਈ ਰਚਨ, ਅਤੇ ਦ્વੈਤ ਭਾਵ ਦੇ ਵਿੱਚ ਹੀ ਰਚੇ ਰਹਿੰਦੇ ਨੇ। ਤ੍ਰਿਸ਼ਨਾ ਭੁੱਖ ਨਾ ਉਤਰੈ, ਉਹਨਾਂ ਦੀ ਰਸਾ ਕਸਾਂ ਦੀ ਤ੍ਰਿਸ਼ਨਾ, ਪਦਾਰਥਾਂ ਦੀ ਆਸਾ ਰੂਪ ਭੁੱਖ ਕਦੇ ਵੀ ਨਹੀਂ ਉਤਰਦੀ। ਅਣ ਦਿਨ ਜਲਤ ਫਿਰਨ, ਫਿਰ ਉਹ ਦਿਨ ਰਾਤ ਈਰਖਾ ਨਰਕਾਂ ਦੀ ਅੱਗ ਵਿੱਚ ਸੜਦੇ ਫਿਰਦੇ ਰਹਿੰਦੇ ਨੇ। ਦੁਸ਼ਟਾਂ ਨਾਲ ਦੋਸਤੀ, ਭੈੜੇ ਮਨੁੱਖਾਂ ਕਾਮ ਆਦਿਕਾਂ ਦੇ ਨਾਲ ਮਿੱਤਰਤਾ ਕਰਦੇ ਨੇ। ਨਾਲ ਸੰਤਾਂ ਵੈਰ ਕਰਨ, ਤੇ ਸ਼ਾਂਤ ਚਿੱਤ ਵਾਲੇ ਮਹਾਤਮਾ ਜਨਾਂ ਨਾਲ ਦੁਸ਼ਮਣੀ ਕਰਦੇ ਨੇ। ਕਾਮੀ ਪੁਰਸ਼ਾਂ ਦੇ ਨਾਲ ਤਾਂ ਦੋਸਤੀ ਕਰਦੇ ਨੇ, ਕਾਮ ਆਦਿਕ ਤਾਂ ਸਾਡੇ ਮਿੱਤਰ ਨੇ, ਤੇ ਸੰਤਾਂ ਦੇ ਨਾਲ ਈਰਖਾ ਵੈਰ ਵਿਰੋਧ ਕਰਦੇ ਨੇ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ, ਮਰ ਜਮੈ ਵਾਰੋ ਵਾਰ। ਆਪ ਡੁੱਬੇ ਕਟੰਬ ਸਿਓ, ਉਹ ਆਪ ਤੇ ਆਪਣੇ ਪਰਿਵਾਰ ਸਮੇਤ ਗੁਰੂ ਤੋਂ ਬੇਮੁਖ ਹੋ ਕੇ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਹਨ। ਸਗਲੇ ਕੁਲ ਡੁਬਨ, ਪਰ ਆਪਣੇ ਸਾਰੇ ਰਿਸ਼ਤੇਦਾਰ ਆਦਿਕ ਸੰਬੰਧੀਆਂ ਦੀ ਕੁਲਾਂ ਨੂੰ ਵੀ ਡੋਬ ਲੈਂਦੇ ਨੇ। ਨਿੰਦਾ ਭਲੀ ਕਿਸਾ ਕੀ ਨਾਹੀ, ਇਹ ਗੁਰਮੁਖੋ ਨਿੰਦਿਆ ਤਾਂ ਕਿਸੇ ਦੀ ਵੀ ਕਰਨੀ ਚੰਗੀ ਗੱਲ ਨਹੀਂ ਹੈ। ਮਨ ਮੁਖਾ ਮੁਗਧ ਕਰਨਾ, ਮਨ ਦੇ ਆਖੇ ਲੱਗਣ ਵਾਲੀ ਬੇਸਮਝ ਜੀਵ ਫਿਰ ਵੀ ਨਿੰਦਿਆ ਕਰੀ ਜਾਂਦੇ ਨੇ। ਨਿੰਦਿਆ ਤਾਂ ਆਮ ਦੀ ਵੀ ਕਰਨੀ ਚੰਗੀ ਨਹੀਂ, ਭਲੇ ਪੁਰਸ਼ ਦੀ ਨਿੰਦਿਆ ਤਾਂ ਉਹ ਬੇੜਾ ਬਿਠਾ ਦਿੰਦੀ ਹੈ। ਸੋ ਕਬੀਰ ਸਾਹਿਬ ਜੀ ਨੇ ਆਖਿਆ ਹੈ ਵੀ ਸੰਤਾਂ ਨੂੰ ਤਾਂ ਨਿੰਦਿਆ ਸਰਬ ਸ੍ਰੇਸ਼ਟ ਹੈ, ਪਰ ਜਿਹੜਾ ਨਿੰਦਿਆ ਕਰਦਾ ਉਹਦਾ ਬੇੜਾ ਡੁੱਬ ਜਾਂਦਾ ਹੈ। ਗੌੜੀ ਨਿੰਦੋ ਨਿੰਦੋ ਮੋਹ ਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ ਰਹਾ। ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੇ ਬਸਾਈਐ। ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਹੋਏ। ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੀ ਹਮਾਰਾ ਚੀਤ। ਨਿੰਦਕ ਸੋ ਜੋ ਨਿੰਦਾ ਹੋ ਰੈ, ਹਮਰਾ ਜੀਵਨ ਨਿੰਦਕ ਲੋਰੈ।
निंदा हमरी प्रेम प्यार, निंदा हमरा करे उधार, जन कबीर को निंदा सार। इन्हां शब्द उचारिया तो आकाश बाणी हुई, हे कबीर निंदक तो पहला ही संतां नूं टिकण नहीं दिंदे, तूं उन्हां दी सिफत कर दित्ती आ, ਇਹਦੇ ਨਾਲ ਉਹਨਾਂ ਨੂੰ ਹੋਰ बढ़ावा मिलेगा। तो कबीर जी ने कोई पंक्ति ने बेड़ा कर दिता, निंदक डूबा हम उतरे पार। निंदक डुब गया, असीं पार उतर गए। निंदा मल पख धोवै। जिहड़ा निंदक है वो दूजे दी मैल नूं आपदे मूँह दे नाल चुकदा है। जिहड़ा सफाई सेवक है वो तो पत्तरियां पुत्तरियां दे नाल साफ करता है। बाहरलियां करनियां जिहदा लिफाफे च पा के कूड़ा रख देंदे, दस्ताने उन्हें पाए होंदे ने, हथ नहीं लाउणा उन्हें कूड़े नूं, ओं पिया दे पिया रहे, खुला नहीं चुकना, लिफाफे चुक के विच रखने ने। तो इस प्रकार जिहड़े सफाई सेवक ने वो भी बड़े ध्यान दे नाल चुकदे ने, पर जिहड़ा निंदक पुरुष है वो दूजे दी मैल नूं गंदगी नूं आपदी जुबान दे नाल साफ करता है। जिहदी निंदिया हुंदी है उहदे औगण घटी जांदे ने। जिहड़ा निंदिया करन वाला है वो सारा ही भार चुकी फिरदा है। बहुती दूर ना जाओ, आपां हंकार विच निंदिया करदे हां, मैं साडे मन च माण आ जांदा भी आपां सिंह साहब, बाकी तां एवें तुरे फिरदे ने। किते मन च सोच के वेख लियो भी आपां इत्थे बैठे हाँ, दूजे तो आए ही नहीं। आपां तां डेली रह रस करदे हां जां सुणदे हां, दूजिਆਂ नूं तां पता ही नहीं रह रस की हुंदी है। अगले दिन वेख लियो तुहानूं टाइम नहीं लगूगा, तुहाडी छुट जाऊगी, तो जिहदे बारे सोचा वो बैठा होऊगा। गज के आखो सतनाम श्री। जदों भी अवस्था डिगदी है, हंकार विच डिगदी है, असीं अपने आप को चंगा समझ के दूजे नूं माड़ा गिणदे हां, उत्थे फिर बंदा फेल हो जाता है। वैसे घोड़े नूं खोता ते खोते नूं गां कहना निंदिया है, शराबी नूं शराबी कहना निंदिया नहीं है। किसी चीज़ नूं बदल के पेश करना, किसी दे होण गुण दे कहने औगण, उहनूं निंदिया कहिंदे ने। ये बड़ी माड़ी गल है। एक राजा सी, उन्हें जग किया, तो जदों खीर बन रही सी, ओपन दे विच बिना छत तो लंगर नहीं बनाना चाहिए, खास करके दरखत के हेठां तां कदी भी लंगर ना बनाओ तो ना ही लंगर वरताओ। की पता किहड़े पंछी ने की कर देना। ओपन दे विच भी बड़ा ख्याल रखना पैंदा। वो जिहड़ा लांगरी सीगा खपिया तपिया सी बेचारा, इन्ना टैंपरेचर अग ते भांबड़ मच रहे, देगचा बड़ा सारा रखिया, उस खीर बन रही, पलटा मारदा मारदा नूं गर्मी चढ़ी, पता नहीं कोई काम करना, खीर च कोई चीज़ पाउणी होगी, परां नूं चला गया। उपरों दी इल लंघ रही सी, इल दे पैर विच मरिया सप फड़िया होया सी। वो जब देगजे के उपरों दी लंघी, उन्होंने गर्म भाफ पई, भाफ नाल वो डर गई, घबरा गई, वो पैर चों सप छुट गया, सप पै गया खीर विच। लांगरी आया, खपिया तपिया, उन्हें कुछ नहीं वेखिया, बाकी देगचे विचों भाफ निकल रही सी, उन्होंने दिखदा भी कुछ नहीं सी विच की हो रहा, भाफ कारण कुछ नहीं दिख रहा सी। आउंदियां सारे ने पलटा ठा ठा मारना शुरू कर दिता, वो मिक्सअप हो गया। जहरीली खीर कारण काफ़ी सारे जिन्ने भी ब्राह्मण बुलाए सी ब्रह्म भोज थे, वो सारे दे सारे ही मर गए। राजे नूं बड़ा दुख लगा कि की होया, पता कुछ लगे ना। राजे ने राज छड्ड के संन्यास ले लिया, पश्चाताप करने वास्ते साधु बन गया, मंग के खा लेना तो बाकी समा जंगल में जाके तप करना। एक बार भुख लगी तो मंग रहा सी, वो ब्राह्मण का घर सी, जिहड़ा ब्राह्मण मरिया होया सी जग विच, उहदी घर वाली आई, उन्हें वेख्या, पहचान लिया भी तो उही राजा जिन्हें मेरे घर वाली नूं लंगर ते बुलाया ते मार दिता। वो कह बैठी, कहती हुण तूं वड्डा साध बनिया होया है,
ਉਹੀ ਰਾਜਾ ਹੈ ਨਾ ਛਲੀਆ ਕਪਟੀ, ਮੇਰੇ ਘਰ ਵਾਲੇ ਨੂੰ ਲੰਗਰ ਦੇ ਬਹਾਨੇ ਬੁਲਾ ਕੇ ਖੀਰ ਖਵਾ ਕੇ ਮਾਰ ਸੁੱਟਿਆ, ਕਿੰਨਿਆਂ ਬ੍ਰਾਹਮਣਾਂ ਦਾ ਘਾਣ ਕੀਤਾ, 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਲੋਕਾਂ ਦੀ ਇਹੀ ਕਹਾਵਤ ਹੈ। ਸਾਧ ਸੰਗਤ ਜੀ ਜਦ ਉਹਨੇ ਇਸ ਤਰ੍ਹਾਂ ਕਿਹਾ ਤੇ ਉਹ ਕੋੜੀ ਹੋ ਗਈ। ਉਸੇ ਵਕਤ ਹੀ ਉਹਨੂੰ ਸਰੀਰਕ ਤੌਰ 'ਤੇ ਕੋੜ ਪੈਦਾ ਹੋ ਗਿਆ, ਕਿਉਂਕਿ ਜਿਹੜਾ ਬ੍ਰਹਮ ਹੱਤਿਆ ਦਾ ਦੋਸ਼ ਸੀਗਾ ਬ੍ਰਾਹਮਣਾਂ ਦੇ ਮਰਨ ਦਾ, ਉਹ ਰਾਜੇ ਨੂੰ ਨਹੀਂ ਸੀ ਲੱਗਾ, ਲਾਂਗਰੀ ਨੂੰ ਵੀ ਨਹੀਂ ਸੀ ਲੱਗਾ। ਜੇ ਤਾਂ ਲਾਂਗਰੀ ਨੇ ਜਾਣਬੁੱਝ ਕੇ ਕੀਤਾ ਹੁੰਦਾ ਤਾਂ ਲਾਂਗਰੀ ਨੂੰ ਪਾਪ ਸੀਗਾ, ਰਾਜੇ ਨੇ ਜਾਣਬੁੱਝ ਕੇ ਕੀਤਾ ਹੁੰਦਾ ਪਾਪ ਉਹਨੂੰ ਸੀਗਾ। ਉਹ ਰਿਜ਼ਰਵ ਪਿਆ ਸੀ, ਅਜੇ ਕਿਸੇ ਨੂੰ ਲੱਗਾ ਨਹੀਂ ਸੀ। ਉਹ ਜਮਾ ਸੀਗਾ, ਜਿਹਨੇ ਨਿੰਦਿਆ ਕੀਤੀ ਫਟਕ ਕਰਕੇ ਉਹਨੂੰ ਲੱਗ ਗਿਆ। ਤੇ ਇਸ ਵਾਸਤੇ ਜਿਹੜੀ ਨਿੰਦਿਆ ਹੈ ਮਹਾਰਾਜ ਕਹਿੰਦੇ ਨੇ, ਨਿੰਦਾ ਭਲੀ ਕਿਸੈ ਕੀ ਨਾਹੀ, ਕਿਸੇ ਦੀ ਵੀ ਨਿੰਦਿਆ ਕਰਨੀ ਚੰਗੀ ਗੱਲ ਨਹੀਂ ਹੈ। ਮਨ ਮੁਖ ਮੁਗਧ ਕਰਾਨਾ, ਅੱਜ ਸਾਨੂੰ ਇੱਕੋ ਹੀ ਕੰਮ ਹੈ, ਫੇਸਬੁੱਕ ਤੇ YouTube ਤੇ ਬਸ ਨਿੰਦਿਆ ਹੀ ਕਰੀ ਜਾਓ, ਨਿੰਦਿਆ ਹੀ ਕਰੀ ਜਾਓ। ਕੋਈ ਵੀ ਗੱਲ ਨਹੀਂ ਆਉਂਦੀ, ਨਿੰਦਿਆ ਤੇ ਆਉਂਦੀ ਆ। ਹਰੇਕ ਦੀ ਨਿੰਦਿਆ, ਹਰੇਕ ਤੇ ਕਮੈਂਟ, ਹਰੇਕ ਨੂੰ ਮਾੜਾ ਕਹਿਣਾ, ਇਹੀ ਕੰਮ ਹੈ ਸਾਡਾ। ਮੋਬਾਈਲ 'ਚ ਪੈਸੇ ਪਾਓ ਤੇ ਸਾਰੀ ਸਾਡੀ ਦਿਹਾੜੀ ਨਿੰਦਿਆ 'ਤੇ ਲੱਗੇ ਰਹੋ। ਮਾਰੇ ਕਹਿੰਦੇ ਮਨਮੁਖ ਲੋਕ, ਬੇਸਮਝ ਲੋਕ ਨਿੰਦਿਆ ਕਰੀ ਜਾਂਦੇ ਨੇ। ਰੱਬ ਦੀ ਸਿਫਤ ਕਰਨੀ ਚਾਹੀਦੀ ਹੈ। ਜੇ ਫੇਸਬੁੱਕ 'ਤੇ ਕੋਈ ਪੋਸਟ ਪਾਉਣੀ ਹੋਵੇ ਜਾਂ YouTube 'ਤੇ ਚਾੜ੍ਹਨੀ ਹੋਵੇ, ਕੋਈ ਰੱਬ ਦੀ ਸਿਫਤ ਦੀ, ਉਹਦੇ ਨਾਮ ਦੀ। ਜੇ ਸੱਚਮੁੱਚ ਹੀ ਤੁਸੀਂ ਚੰਗੇ ਹੋ, ਮੈਂ ਰਾਧਾ ਸੁਆਮੀਆਂ ਨੂੰ ਮੈਨੂੰ ਮਾੜਾ ਨਾ ਕਹਿਣਾ ਅਤੇ ਮਾफ़ ਕਰ ਦੇਣਾ, ਮੈਂ ਪਹਿਲਾਂ ਮਾफ़ੀ ਮੰਗਦਾ। ਮੈਂ ਬਹੁਤ ਚੰਗਾ ਸਮਝਦਾ ਹਾਂ ਆਪਣੇ ਨਾਲੋਂ। ਕਿਉਂ ਭਲਾ? ਕਦੀ TV 'ਤੇ ਦੇਖਿਆ ਉਹਨੂੰ, ਜਾਂ ਅਖਬਾਰ 'ਚ ਕੋਈ ਫੋਟੋ ਦੇਖੀ ਆ, ਜਾਂ ਕੋਈ ਫੇਸਬੁੱਕ 'ਤੇ ਕਿਸੇ ਦੀ ਨਿੰਦਿਆ ਕਰਦਿਆਂ ਸੁਣਿਆ? ਕੋਈ ਸਪੀਕਰ 'ਚ ਬੋਲਦਾ ਕੋਈ ਸੁਣਿਆ? ਕਿਸੇ ਨੂੰ ਮਿਲਦਾ ਬੁਰਾ ਭਲਾ? ਬਿਲਕੁਲ ਨਹੀਂ। ਆਹ ਲੋਕਡਾਊਨ ਵਿੱਚ ਵੀ ਲੰਗਰ ਵਰਤਾਇਆ ਉਹਨੇ। ਮਤਲਬ ਸਾਡਾ ਇੱਕੋ ਹੀ ਕੰਮ ਹੈ, ਸਪੀਕਰ ਫੜ ਕੇ ਬਸ ਨਿੰਦਿਆ ਕਰੀ ਜਾਣੀ, ਨਿੰਦਿਆ ਕਰੀ ਜਾਣੀ, ਮਾੜਾ ਕਹੀ ਜਾਣਾ। ਜੇ ਤੁਸੀਂ ਆਪ ਚੰਗੇ ਹੋ ਤਾਂ ਚੰਗਾ ਬਣ ਕੇ ਦੁਨੀਆ ਨੂੰ ਦਿਖਾਓ। ਕਹਿਣ ਨਾਲ ਥੋੜ੍ਹਾ ਚੰਗਾ ਬਣਨਾ ਹੈ। ਕੋਈ ਉਹਦਾ ਪੋਸਟਰ ਨਹੀਂ ਲੱਗਾ, ਤੁਸੀਂ ਦੇਖੋਗੇ ਕੋਈ ਉਹਦੀ ਐਡਵਰਟਾਈਜ਼ਮੈਂਟ। ਆ YouTube 'ਤੇ ਕਿੰਨੀਆਂ ਐਡਾਂ ਚੱਲਦੀਆਂ ਨੇ, TV 'ਤੇ ਕਿੰਨੀਆਂ ਚੱਲਦੀਆਂ ਨੇ ਵੀ ਸਾਨੂੰ ਮਿਲੋ ਜੀ, ਆਹ ਜੀ ਆਓ ਜੀ। ਕਿਤੇ ਐਡ ਕਿਤੇ ਵੀ ਸੁਣੀ ਹੋਵੇ ਦੱਸੋ? ਪਰ ਦੁਨੀਆ ਕਮਲੀ ਉਹਦੇ ਮਗਰ ਤੁਰੀ ਫਿਰਦੀ ਹੈ। ਕਾਰਨ ਕੀ ਆ? ਵੀ ਉਹਦੇ 'ਚ ਕੁਛ ਹੈ। ਜੇ ਤੁਹਾਡੇ 'ਚ ਕੁਛ ਹੈ ਤਾਂ ਤੁਸੀਂ ਕਰਕੇ ਦਿਖਾਓ। ਮਾੜਾ ਕਿਉਂ ਕਹਿੰਦੇ ਹੋ ਬਈ? ਅਤੇ ਇਸ ਵਾਸਤੇ ਰੱਬ ਦਾ ਨਾਮ ਜਪਦਿਆਂ ਹੋਇਆ ਆਪ ਦਾ ਮਨ ਸ਼ਾਂਤ ਰੱਖਣਾ ਚਾਹੀਦਾ ਹੈ। ਜੇ ਚੰਗੇ ਹੋ ਤਾਂ ਗੁਰੂ ਨਾਨਕ ਸਾਹਿਬ ਨੇ ਆਪ ਦੇ ਗੁਣ ਦਿਖਾ ਕੇ, ਚੰਗਾ ਪੁਣਾ ਦਿਖਾ ਕੇ ਤੇ ਦੁਨੀਆ ਨੂੰ ਪਿਆਰ ਦੇ ਨਾਲ ਸਿੱਖੀ ਵੱਲ ਤੋਰਿਆ। ਡੰਡਾ ਨਹੀਂ ਘੁਮਾਇਆ ਕਿਸੇ ਵੀ ਮਹਾਰਾਜ ਨੇ। ਕਲਗੀਧਰ ਨੇ ਵੀ ਡੰਡੇ ਨਾਲ ਅੰਮ੍ਰਿਤ ਨਹੀਂ ਛਕਾਇਆ। ਪਿਆਰ ਨਾਲ ਜਿਹਨੇ ਮੰਨਿਆ ਉਹਨਾਂ ਛਕ ਲਿਆ, ਸਿੱਖਾਂ ਨੇ ਨਹੀਂ ਛਕਿਆ। ਮਹਾਰਾਜ ਦੀ ਆਖੇ ਤਾਂ ਸਿੱਖ ਨਹੀਂ ਲੱਗੇ। ਜੇ ਗੁਰੂ ਸਾਹਿਬ ਚੰਗੇ ਹੁੰਦੇ ਡੰਡਾ ਘੁਮਾਉਂਦੇ 10 ਲੱਖ ਦੇ ਦੁਆਲੇ ਵੀ ਆਓ ਪੁੱਤ ਤੁਸੀਂ ਵੱਡੇ ਸਿੱਖ ਬਣੇ ਫਿਰਦੇ ਹੋ। ਬਿਲਕੁਲ ਨਹੀਂ। ਜਿਹਦੀ ਮਰਜ਼ੀ ਆ ਛਕੋ, ਜਿਹਦੀ ਮਰਜ਼ੀ ਆ ਕੋਈ ਗੱਲ ਨਹੀਂ, ਕੱਲ੍ਹ ਨੂੰ ਛਕ ਲਿਓ, ਪਰਸੋਂ ਸਹੀ। ਅਤੇ ਇਸ ਵਾਸਤੇ ਨਿੰਦਿਆ ਕਰਨੀ ਬੜੀ ਮਾੜੀ ਜੇ। ਮਨਮੁਖ ਪੁਰਸ਼ ਕਰਦੇ ਨੇ ਅਤੇ ਲੋਕਾਂ ਦੀ ਗੰਦਗੀ ਦਾ ਟੋਕਰਾ ਸਿਰ 'ਤੇ ਚੁੱਕਦੇ ਹਨ। ਮੋਹ ਕਾਲੇ ਤਿਨ ਨਿੰਦਕਾਂ, ਉਹਨਾਂ ਨਿੰਦਕਾਂ ਆਪ ਕੀਰਤੀ ਕਰਨ ਵਾਲੇ ਮੂਰਖ ਜੀਵਾਂ ਦੇ ਲੋਕ ਅਤੇ ਪਰਲੋਕ 'ਚ ਮੂੰਹ ਕਾਲੇ ਕੀਤੇ ਜਾਂਦੇ ਹਨ। ਨਰਕੇ ਘੋਰ ਭਵਨ, ਅਤੇ ਭਿਆਨਕ ਕੁੰਭੀ ਨਰਕ ਦੇ ਵਿੱਚ ਉਹ ਪਾਏ ਜਾਂਦੇ ਹਨ। ਏ ਮਨ ਜੈਸਾ ਸੇਵੈ ਤੈਸਾ ਹੋਵੈ, ਇਹ ਮਨਾ ਜਿਹੋ ਜਿਹਾ ਕੋਈ ਭਾਵਨਾ ਨਾਲ ਗੁਰੂ ਪਰਮੇਸ਼ਰ ਨੂੰ ਸੇਵਦਾ ਉਹੋ ਜਿਹਾ ਹੀ ਉਹਨੂੰ ਫਲ ਪ੍ਰਾਪਤ ਹੁੰਦਾ ਹੈ। ਤੇਰੇ ਕਾ ਤੇਹ ਕਰਮ ਕਮਾਏ, ਇਸ ਕਰਕੇ ਤੂੰ ਵੀ ਉਹੋ ਜਿਹੇ ਕਰਮਾਂ ਨੂੰ ਕਮਾਉਣਾ ਕਰ
ਜਿਸ ਕਰਕੇ ਲੋਕ ਪਰਲੋਕ ਵਿੱਚ ਸੁਖ ਪ੍ਰਾਪਤ ਹੋਵੇ। ਆਪ ਬੀਜ ਆਪੇ ਹੀ ਖਾਵਣਾ, ਆਪ ਹੀ ਕਰਮਾਂ ਰੂਪੀ ਬੀਜ ਬੀਜ ਕੇ ਆਪ ਹੀ ਉਹਦਾ ਸੁੱਖ ਦੁੱਖ ਰੂਪ ਫਲ ਖਾਣਾ ਹੁੰਦਾ ਹੈ। ਭਾਵ ਕਰਮ ਭੋਗਣੇ ਪੈਂਦੇ ਨੇ। ਕਹਿਣਾ ਕਿਛੂ ਨਾ ਜਾਏ, ਇਸ ਤੇ ਕੁਝ ਵੀ ਆਖਿਆ ਨਹੀਂ ਜਾ ਸਕਦਾ। ਮਹਾਂਪੁਰਖਾਂ ਕਾ ਬੋਲਣਾ, ਜਿਹੜੇ ਮਹਾਂਪੁਰਖ ਸਤਿਪੁਰਸ਼ ਬੋਲਦੇ ਨੇ ਜੋ ਉਹਨਾਂ ਦਾ ਉਪਦੇਸ਼ ਹੈ। ਹੋਵੇ ਕਿਤੈ ਪਰਥਾਏ, ਉਹ ਕਿਸੇ ਨਾ ਕਿਸੇ ਨਿਮਿਤ ਹੀ ਹੁੰਦਾ ਹੈ, ਕਿਸੇ ਨਿਯਮ ਨੂੰ ਲੈ ਕੇ ਹੁੰਦਾ ਹੈ, ਕਿਸੇ ਨਾ ਕਿਸੇ ਅਧਿਕਾਰੀ ਦੇ ਸਬਬ ਕਰਕੇ ਹੁੰਦਾ ਜਾਂ ਪਰਥਾਏ। ਪਰਾਰੂ ਪਰਮੇਸ਼ਰ ਦੀ ਜੋ ਪ੍ਰਾਪਤੀ ਸਰੂਪ ਰੂਪੀ ਥਾਂ ਹੈ ਉਹਦੀ ਪ੍ਰਾਪਤੀ ਕਰਾਉਣ ਵਾਲੇ ਬਚਨ ਬੋਲਦੇ ਨੇ। ਓਏ ਅੰਮ੍ਰਿਤ ਭਰੇ ਭਰਪੂਰ ਹੈ, ਉਹ ਮਹਾਂਪੁਰਖ ਨਾਮ ਬ੍ਰਹਮਾਨੰਦ ਰੂਪ ਅੰਮ੍ਰਿਤ ਨਾਲ ਭਰਪੂਰ ਹੋ ਕੇ ਲਬਾ ਲਬ ਭਰੇ ਹੋਏ ਹਨ। ਉਹਨਾਂ ਤਿਲ ਨਾ ਤਮਾਏ, ਉਹਨਾਂ ਸਤਿਪੁਰਸ਼ਾਂ ਨੂੰ ਤੇਲ ਭਾਵ ਥੋੜ੍ਹੇ ਮਾਤਰ ਵੀ ਪਦਾਰਥਾਂ ਦੀ ਪ੍ਰਾਪਤੀ ਰੂਪ ਤਮਾ ਖਾਹਿਸ਼ ਨਹੀਂ ਹੁੰਦੀ ਜਾਂ ਅਗਿਆਨ ਦਾ ਹਨੇਰਾ ਵੀ ਨਹੀਂ ਆਉਂਦਾ। ਗੁਣਕਾਰੀ ਗੁਣ ਸੰਗਰੈ, ਗੁਣ ਕਰਨ ਵਾਲੇ ਗੁਰੂ ਉਪਕਾਰੀ ਗੁਰਾਂ ਦੇ ਨਾਲ ਮਿਲ ਕੇ ਆਪ ਸਤ ਸੰਤੋਖ ਸ਼ੁਭ ਗੁਣਾਂ ਨੂੰ ਇਕੱਤਰ ਕਰਦੇ ਨੇ। ਅਵਰਾਇ ਉਪਦੇਸੇ ਨਾ, ਹਰ ਹੋਰਨਾਂ ਨੂੰ ਸ਼ੁਭ ਗੁਣ ਇਕੱਤਰ ਕਰਨ ਦਾ ਜਾਂ ਬ੍ਰਹਮ ਗਿਆਨ ਦਾ ਉਪਦੇਸ਼ ਦਿੰਦੇ ਨੇ ਜਾਂ ਗੁਰਮੁਖ ਜਾਣ ਗੁਣਕਾਰੀ। ਗੁਣਕਾਰੀ ਗੁਣ ਸੰਗਰੈ, ਸ਼ੁਭ ਗੁਣਾਂ ਰੂਪ ਦਵਾਈ ਨਾਲ ਵਿਸ਼ਿਆਂ ਦਾ ਸੰਘਾਰ ਕਰ ਦਿੰਦੇ ਨੇ। ਅਵਰਾ ਉਪਦੇਸੇ ਨਾ, ਹਰ ਹੋਰਨਾਂ ਨੂੰ ਗੁਰੂ ਸ਼ਰਨ ਵਿੱਚ ਆਉਣ ਦਾ ਸ਼ੁਭ ਗੁਣ ਧਾਰਨ ਦਾ ਉਪਦੇਸ਼ ਦਿੰਦੇ ਹਨ। ਸੇ ਵੱਡ ਭਾਗੀ ਜੇ ਉਹਨਾਂ ਮਿਲ ਰਹੇ, ਉਹ ਬਹੁਤ ਹੀ ਵੱਡੇ ਭਾਗਾਂ ਵਾਲੇ ਨੇ ਜਿਹੜੇ ਉਹਨਾਂ ਮਹਾਂਪੁਰਖਾਂ ਦੇ ਨਾਲ ਭਾਵ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਰਹਿੰਦੇ ਨੇ। ਅਣ ਦਿਨ ਨਾਮ ਲਾਏ ਨਾ, ਹਰ ਦਿਨ ਰਾਤ ਪਰਮੇਸ਼ਰ ਦਾ ਨਾਮ ਲੈਂਦੇ ਭਾਵ ਜਪਦੇ ਨੇ। ਦੇਸੀ ਰਿਜਕ ਸੰਭਾਹੇ, ਉਹ ਜਾਣਦੇ ਨੇ ਕਿ ਜਿਸ ਪਰਮੇਸ਼ਰ ਨੇ ਜਿਨ ਪਾਈ ਮੈਦਾਨੀ, ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਪਰਮੇਸ਼ਰ ਸਾਰਿਆਂ ਤਾਈਂ ਰੋਜੀ ਉਪਜੀਵਕਾ ਪਹੁੰਚਾ ਦਿੰਦਾ ਹੈ। ਏਕੋ ਹੈ ਦਾਤਾਰ, ਇੱਕ ਪਰਮੇਸ਼ਰ ਆਪ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ। ਸੱਚਾ ਆਪ ਧਣੀ, ਅਤੇ ਆਪ ਹੀ ਸਭ ਦਾ ਸੱਚਾ ਮਾਲਕ ਹੈ। ਸੋ ਸੱਚ ਤੇਰਾ ਨਾਲ ਹੈ, ਉਹ ਸੱਚਾ ਪਰਮੇਸ਼ਰ ਸਦਾ ਤੇਰੇ ਨਾਲ ਵਸਦਾ ਹੈ। ਗੁਰਮੁਖ ਨਦਰ ਨਿਹਾਲ, ਉਹਨੂੰ ਗੁਰਮੁਖਾਂ ਵਾਲੀ ਨਿਗਾਹ ਕਰਕੇ ਵੇਖਣਾ ਕਰ। ਜਾਂ ਗੁਰਮੁਖ ਜਨਾਂ ਨੇ ਮੁਖੀ ਗੁਰਾਂ ਦੁਆਰਾ ਗਿਆਨ ਦੀ ਦ੍ਰਿਸ਼ਟੀ ਪ੍ਰਾਪਤ ਕਰਕੇ ਉਸ ਨਾਲ ਵਸਦੇ ਪਰਮੇਸ਼ਰ ਨੂੰ ਵੇਖਣਾ ਕੀਤਾ ਹੈ। ਆਪੇ ਬਖਸ਼ੇ ਮੇਲਾ ਲਾਏ, ਉਹ ਪਰਮੇਸ਼ਰ ਗੁਰਮੁਖ ਜਨਾਂ ਨੂੰ ਆਪ ਹੀ ਬਖਸ਼ ਕੇ ਆਪਣੇ ਸਰੂਪ ਨਾਲ ਮੇਲ ਲੈਂਦਾ ਹੈ। ਸੋ ਪ੍ਰਭ ਸਦਾ ਸੰਭਾਲ, ਇਸ ਲਈ ਉਸ ਪਰਮੇਸ਼ਰ ਨੂੰ ਹਮੇਸ਼ਾ ਯਾਦ ਕਰ ਗੁਰਮੁਖ। ਮਨ ਮੈਲਾ ਸਚ ਨਿਰਮਲਾ, ਇਹ ਭਾਈ ਜੀਵ ਦਾ ਹੀ ਮਨ ਤਾਂ ਪਾਪਾਂ ਦੀ ਮੈਲ ਕਰਕੇ ਮੈਲਾ ਹੈ, ਪਰ ਉਹ ਸਤ ਸਰੂਪ ਉਜਲ ਹੈ। ਕਿਉਂ ਕਰ ਮਿਲਿਆ ਜਾਏ, ਮੈਲਾ ਬੰਦਾ ਵਾਹਿਗੁਰੂ ਨਾਲ ਕਿਵੇਂ ਮਿਲ ਸਕਦਾ, ਉਹਦੇ ਨਾਲ ਕਿਵੇਂ ਮਿਲਿਆ ਜਾਏ, ਭਾਵ ਆਪ ਉਸ ਨਾਲ ਨਹੀਂ ਮਿਲਿਆ ਜਾ ਸਕਦਾ। ਪ੍ਰਭ ਮਿਲੇ ਤਾਂ ਮਿਲ ਰਹਾ, ਜੇਕਰ ਪਰਮੇਸ਼ਰ ਆਪ ਆਪਣੀ ਕਿਰਪਾ ਕਰਕੇ ਮਿਲੇ ਤਾਂ ਹੀ ਉਸ ਪ੍ਰਭੂ ਨਾਲੇ ਜੀ ਮਿਲਿਆ ਰਹਿੰਦਾ ਹੈ। ਹਉਮੈ ਸ਼ਬਦ ਜਲਾਏ, ਪਰ ਆਪਣੀ ਦੇਹ ਗੁਣਾਂ ਦੀ ਹੰਗਤਾ ਮਮਤਾ ਨੂੰ ਵੀ ਗੁਰੂ ਦੇ ਉਪਦੇਸ਼ ਦੀ ਕਮਾਈ ਦੁਆਰਾ ਸਾੜ ਦਿੰਦਾ ਹੈ। ਸੋ
ਸਾਹੋ ਸੱਚਾ ਵਿਸਰੈ। ਉਹ ਸੱਚਾ ਮਾਲਕ ਪਰਮੇਸ਼ਰ ਜਿਸ ਨੂੰ ਭੁੱਲ ਜਾਂਦਾ ਹੈ। ਤ੍ਰਿਗ ਜੀਵਨ ਸੰਸਾਰ, ਉਹਦਾ ਸੰਸਾਰ ਵਿੱਚ ਜਿਉਣਾ ਤ੍ਰਿਗਾਕਾਰ ਹੈ। 100 ਫਿਟੇ ਮੂੰਹ ਕਹੋ ਇੱਕ ਲਾਣਤ ਬਣਦੀ ਹੈ, 100 ਲਾਣਤਾਂ ਪਾਓ ਇੱਕ ਤ੍ਰਿਗ ਬਣਦੀ ਹੈ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਸਹਿਤ ਕੁਟੰਬ ਸਿਓ, ਜਿਤ ਹੁਣ ਖਸਮ ਨਾ ਪਾਇਆ। ਤ੍ਰਿਗ ਜੀਵਨ ਸੰਸਾਰ, ਜਿਹੜੇ ਨਾਮ ਨੂੰ ਭੁਲਾ ਦਿੰਦੇ ਨੇ ਉਹਨਾਂ ਦੀ ਜ਼ਿੰਦਗੀ ਸੰਸਾਰ ਵਿੱਚ ਲਾਣਤ ਰੂਪ ਹੈ। ਨਦਰ ਕਰੇ ਨਾ ਵਿਸਰੈ, ਜੇਕਰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਫਿਰ ਉਹ ਕਦੇ ਵੀ ਨਹੀਂ ਭੁੱਲਦਾ ਹੈ। ਗੁਰਮਤਿ ਵਿਚਾਰ, ਜੇਕਰ ਗੁਰੂ ਦੀ ਸਿੱਖਿਆ ਦੀ ਵਿਚਾਰ ਪ੍ਰਾਪਤ ਹੋ ਜਾਏ ਤੇ ਉਹ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਫਿਰ ਕਦੇ ਵੀ ਨਹੀਂ ਭੁੱਲਦਾ। ਸਤਿਗੁਰ ਮਿਲੇ ਤਾਂ ਮਿਲ ਰਹਾ, ਇਹ ਭਾਈ ਸਾਡਾ ਆਪਣਾ ਕੋਈ ਵੀ ਜ਼ੋਰ ਨਹੀਂ ਹੈ। ਜੇਕਰ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਨਾਲ ਮੇਲ ਦੇਣ ਤਦੋਂ ਹੀ ਮਿਲਿਆ ਰਹਿ ਸਕਦਾ ਹਾਂ। ਸਾਚ ਰੱਖਾਂ ਔਰ ਤਾਰ, ਪਰ ਉਹ ਸੱਚੇ ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕਰਾਂਗਾ। ਮਿਲਿਆ ਹੋਏ ਨਾ ਵਿਛੜੈ, ਉਹ ਪਰਮੇਸ਼ਰ ਨਾਲ ਮਿਲਿਆ ਹੋਇਆ ਕਦੇ ਵੀ ਨਹੀਂ ਵਿਛੜਦਾ। ਗੁਰ ਕਾਹੇ ਤ ਪਿਆਰ, ਜੋ ਗੁਰੂ ਦੇ ਸਦਕਾ ਪਰਮੇਸ਼ਰ ਨਾਲ ਪਿਆਰ ਕਰਦਾ, ਪਿਆਰੇ ਗੁਰੂ ਦੇ ਨਾਲ ਪ੍ਰੇਮ ਕਰਦਾ, ਉਹ ਮਿਲਿਆ ਕਦੇ ਨਹੀਂ ਵਿਛੜਦਾ। ਪੈਰਸਾ ਲਾਹੀ ਆਪਣਾ, ਜੋ ਜੀਵ ਰੂਪ ਇਸਤਰੀ ਗੁਰੂ ਮਹਾਰਾਜ ਜੀ ਦੇ ਗੁਰ ਕਾ ਸ਼ਬਦ ਵਿਚਾਰ, ਉਪਦੇਸ਼ ਦੀ ਵਿਚਾਰ ਦੁਆਰਾ ਆਪਣਾ ਪਤੀ ਪਰਮੇਸ਼ਰ ਸਲਾਹੁੰਦੀ ਹੈ। ਮਿਲ ਪ੍ਰੀਤਮ ਸੁਖ ਪਾਇਆ, ਉਹਨੇ ਆਪਣੇ ਪਿਆਰੇ ਪਤੀ ਪਰਮੇਸ਼ਰ ਨਾਲ ਮਿਲ ਕੇ ਆਤਮਕ ਆਨੰਦ ਪਾਇਆ ਹੈ। ਸੁਭਾਵੰਤੀ ਨਾਰ, ਹਰ ਉਹੀ ਭਗਤੀ ਰੂਪ ਸ਼ੋਭਾ ਵਾਲੀ ਮਹਾਤਮਾ ਰੂਪ ਇਸਤਰੀ ਹੈ। ਮਨ ਮੁਖ ਮਨ ਨਾ ਭਿਜਾਈ, ਮਨਮੁਖ ਪੁਰਸ਼ਾਂ ਦਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਨਹੀਂ ਭਿੱਜਦਾ। ਆਤਮੈਲੇ ਚਿੱਤ ਕਠੋਰਾ, ਉਹਨਾਂ ਦੇ ਹਿਰਦੇ ਵਿਸ਼ਿਆਂ ਕਰਕੇ ਅਤਿਅੰਤੀ ਮੈਲੇ ਤੇ ਵਾਕਾਂ ਕਰਕੇ ਕਰੜੇ ਸਖਤ ਹਨ। ਸੱਪੈ ਦੁੱਧ ਪਿਆਈਆ, ਮਨਮੁਖ ਪੁਰਸ਼ ਤਾਂ ਇਸ ਪ੍ਰਕਾਰ ਨੇ ਜਿਵੇਂ ਸੱਪ ਨੂੰ ਦੁੱਧ ਪਿਲਾਈਏ। ਅੰਦਰ ਵੇਸਨ ਕੋਰਾ, ਉਹਦੇ ਅੰਦਰ ਨਿਰੋਲ ਜ਼ਹਿਰੀ ਵਾਦੀ ਹੈ। ਇਸੇ ਪ੍ਰਕਾਰ ਮਨਮੁਖ ਵਿਸ਼ਈ ਪੁਰਸ਼ ਸੱਪ ਦੀ ਤਰ੍ਹਾਂ ਨੇ। ਉਹਨਾਂ ਨੂੰ ਜਿੰਨਾ ਮਰਜ਼ੀ ਨਿਸ਼ਕਾਮ ਕਰਮਾਂ ਦਾ ਦੁੱਧ ਪਿਲਾ ਦਈਏ ਪਰ ਫਿਰ ਵੀ ਉਹ ਪਰਾਈ ਨਿੰਦਿਆ ਰੂਪ ਜ਼ਹਿਰ ਉਗਲਦੇ ਰਹਿੰਦੇ ਨੇ। ਦੁਨੀਆ ਦੀ ਕੀ ਰੀਤੀ ਹੈ, ਤੁਹਾਡੇ ਮੂੰਹ 'ਤੇ ਤੁਹਾਨੂੰ ਚੰਗਾ ਕਹਿਣਗੇ, ਜਦੋਂ ਪਿੱਠ ਘੁਮਾ ਲਈ ਉਦੋਂ ਹੀ ਨਿੰਦਿਆ ਕਰਨ ਲੱਗ ਪੈਣਗੇ। ਆਪ ਕਰੇ ਕਿਸ ਆਖੀਆ, ਜਿਸ ਥਾਲੀ 'ਚ ਖਾਣਗੇ ਉਸੇ ਥਾਲੀ ਵਿੱਚ ਛੇਕ ਕਰਨਗੇ। ਐਸੇ ਨਿੰਦਕ ਹਨ। ਪਰਮੇਸ਼ਰ ਆਪ ਹੀ ਸਭ ਕੁਝ ਕਰਦਾ ਹੈ। ਆਪੇ ਬਖਸ਼ਣਹਾਰ, ਅਤੇ ਕਿਸੇ ਨੂੰ ਕੀ ਆਖੀਏ, ਉਹ ਆਪ ਹੀ ਬਖਸ਼ਣ ਵਾਲਾ ਮੁਆਫ ਕਰਨੇ ਵਾਲਾ ਹੈ। ਗੁਰ ਸ਼ਬਦੀ ਮੈਲ ਉਤਰੈ, ਗੁਰੂ ਸਾਹਿਬ ਜੀ ਦੀ ਉਪਦੇਸ਼ ਦੀ ਕਮਾਈ ਕਰਕੇ ਪਾਪਾਂ ਆਦਿਕ ਦੀ ਮਿਲੀਨਤਾ ਹੀ ਉਤਰ ਜਾਂਦੀ ਹੈ। ਤਾਂ ਸੱਚ ਬਣਿਆ ਸਿਗਾਰ, ਤਾਂ ਹੀ ਜਪ ਤਪ ਆਦਿਕ ਸਾਧਨਾ ਰੂਪ ਸੱਚਾ ਸ਼ਿੰਗਾਰ ਬਣਿਆ ਹੋਇਆ ਸ਼ੋਭਦਾ ਹੈ। ਸੱਚਾ ਸਾਹੋ ਸੱਚੇ ਬਣ ਜਾਰੇ, ਗੁਰੂ ਸਾਹਿਬ ਜੀ ਨਾਮ ਰੂਪ ਧਨ ਵਾਲੇ ਸੱਚੇ ਸ਼ਾਹੂਕਾਰ
ਤੇ ਗੁਰਸਿੱਖ ਸੱਚੇ ਨਾਮ ਦੇ ਵਣਜਾਰੇ ਵਪਾਰ ਕਰਨ ਵਾਲੇ ਨੇ। ਉਥੈ ਕੂੜੇ ਨਾ ਟਿਕਾਨਾ, ਉੱਥੇ ਉਹਨਾਂ ਦੀ ਸੰਗਤ ਵਿੱਚ ਝੂਠੇ ਪੁਰਸ਼ ਟਿਕ ਨਹੀਂ ਸਕਦੇ। ਉਹਨਾਂ ਸੱਚ ਨਾ ਪਾਵਾਈ, ਉਹਨਾਂ ਝੂਠੇ ਪੁਰਸ਼ਾਂ ਨੂੰ ਸੱਚਾ ਉਪਦੇਸ਼ ਚੰਗਾ ਨਹੀਂ ਲੱਗਦਾ। ਦੁਖ ਹੀ ਮਾਹੇ ਪਚਾਨਾ, ਸਭ ਦੁੱਖ ਦੇ ਵਿੱਚ ਹੀ ਸੜਦੇ ਰਹਿੰਦੇ ਨੇ। ਹਉਮੈ ਮੈਲਾ ਜਗ ਫਿਰੈ, ਮੰਗਤਾ ਮਮਤਾ ਕਰਕੇ ਜੀਵ ਸੰਸਾਰ ਵਿੱਚ ਮੈਲਾ ਹੋਇਆ ਫਿਰਦਾ ਹੈ। ਮਰ ਜੰਮੈ ਵਾਰੋ ਵਾਰ, ਜਿਸ ਕਰਕੇ ਵਾਰ-ਵਾਰ ਮੁੜ-ਮੁੜ ਜੰਮਦੇ ਤੇ ਮਰਦੇ ਰਹਿੰਦੇ ਨੇ। ਪਇਆ ਕਿਰਤ ਕਮਾਵਣਾ, ਮੱਥੇ ਤੇ ਜੋ ਕਰਮ ਪਏ ਹੋਏ ਨੇ ਉਹਨਾਂ ਦੇ ਅਨੁਸਾਰ ਹੀ ਕਰਮਾਂ ਨੂੰ ਕਮਾਉਂਦੇ ਨੇ। ਕੋਈ ਨਾ ਮਿਟਣ ਹਾਰ, ਉਹਨਾਂ ਪਏ ਹੋਏ ਕਰਮਾਂ ਨੂੰ ਸਤਿਗੁਰੂ ਜੀ ਤੋਂ ਬਗੈਰ ਕੋਈ ਵੀ ਮਿਟਾਉਣ ਵਾਲਾ ਨਹੀਂ ਹੈ। ਸੰਤਾ ਸੰਗਤ ਮਿਲ ਰਹੈ, ਜੇਕਰ ਕੋਈ ਸੰਤਾਂ ਮਹਾਤਮਾ ਜਨਾਂ ਦੀ ਸੰਗਤ ਭਾਵ ਸਾਧ ਸੰਗਤ ਵਿੱਚ ਮਿਲ ਰਹੇ ਤਾਂ ਸੱਚ ਲੱਗੈ ਪਿਆਰ, ਤਾਂ ਹੀ ਉਹਦਾ ਸੱਚੇ ਨਾਮ ਪਰਮੇਸ਼ਰ 'ਚ ਪਿਆਰ ਲੱਗ ਜਾਂਦਾ ਹੈ। ਸੱਚ ਸਲਾਹੀ ਸੱਚ ਮਨ, ਸੋ ਮਨ ਵਿੱਚ ਵੀ ਸੱਚੇ ਤੇ ਬਾਣੀ ਕਰਕੇ ਵੀ ਸੱਚੇ ਪਰਮੇਸ਼ਰ ਦੀ ਸਲੋਤਾ ਕਰੋ, ਜਾਂ ਸੱਚੇ ਨੂੰ ਸਲੋਣਾ ਕਰੋ, ਸੱਚੇ ਦਾ ਮੰਨਣ ਕਰੋ। ਦਰ ਸੱਚਾ ਸਚਿਆਰ, ਤਾਂ ਹੀ ਸੱਚੇ ਪਰਮੇਸ਼ਰ ਦੇ ਦੁਆਰ ਸੱਚਖੰਡ ਸਤਸੰਗਤ ਵਿੱਚ ਸੱਚਾ ਹੋਵੇਗਾ। ਗੱਲਾਂ ਬਾਤਾਂ ਨਾਲ ਨਹੀਂ, ਸੱਚੇ ਦੀ ਕਮਾਈ ਕਰਕੇ ਸੱਚਾ ਹੋਵੇਗਾ। ਗੁਰ ਪੂਰੀ ਮਤ ਹੈ, ਪੂਰੇ ਗੁਰੂ ਸਾਹਿਬ ਜੀ ਦੀ ਪੂਰੀ ਹੀ ਸਿੱਖਿਆ ਹੈ। ਅਹਨਸ ਨਾਮਤ ਆਏ, ਜਿਸ ਨੂੰ ਧਾਰਨ ਕਰਕੇ ਗੁਰਮੁਖ ਜਨ ਦਿਨ ਅਤੇ ਰਾਤ ਵਾਹਿਗੁਰੂ ਨਾਮ ਨੂੰ ਧਿਆਉਂਦੇ ਰਹਿੰਦੇ ਨੇ। ਹਉਮੈ ਮੇਰਾ ਵੱਡ ਰੋਗ ਹੈ, ਜੋ ਦੇਹ ਦੀ ਹੰਗਦਾ ਮਮਤਾ ਤੇ ਪਦਾਰਥਾਂ ਦੀ ਮੇਰ ਤੇਰੇ ਵੱਡਾ ਰੋਗ ਹੈ। ਵਿੱਚੋਂ ਠਾਕਰ ਹਾਏ, ਇਸ ਨੂੰ ਗੁਰਮੁਖ ਜਨਾਂ ਨੇ ਆਪਣੇ ਅੰਤःਕਰਨ ਵਿੱਚੋਂ ਰੋਕ ਰੱਖਿਆ ਹੈ। ਗੁਰ ਸਾਲਾਹੀ ਆਪਣਾ, ਆਪਣੇ ਗੁਰੂ ਨੂੰ ਸਲਾਹੁਣਾ ਕਰੀਏ। ਨਿਵ ਨਿਵ ਲਾਗਾ ਪਾਏ, ਤਨ ਦੇ ਤਾਣ ਤੇ ਮਨ ਦੇ ਮਾਣ ਵੱਲੋਂ ਨਿਮ ਨਿਵ ਚੁੱਕ ਚੁੱਕ ਕੇ ਗੁਰੂ ਸਾਹਿਬ ਜੀ ਦੇ ਚਰਨੀ ਲੱਗਣਾ ਕਰੀਏ। ਤਨ ਮਨ ਸੌਪੀ ਆਗਾ ਤਾਰੀ, ਆਪਣਾ ਤਨ ਸਰੀਰ ਤੇ ਮਨ ਹਿਰਦਾ ਆਦਿਕ ਸਭ ਕੁਝ ਗੁਰੂ ਦੇ ਅੱਗੇ ਧਰ ਕੇ ਅਰਪਣ ਕਰ ਦਈਏ। ਵਿੱਚੋਂ ਆਪ ਗਵਾਏ, ਅਤੇ ਆਪਣੇ ਅੰਤःਕਰਨ ਵਿੱਚੋਂ ਆਪਾ ਭਾਵ ਹੰਕਾਰ ਗਵਾਉਣਾ ਕਰੀਏ। ਖਿੱਚੋਂ ਤਾਣ ਵੇ ਗੁਚੀਐ, ਖਿੱਚਾ ਖਿੱਚੀ ਭਾਵ ਇੱਕ ਨੂੰ ਛੱਡ ਕੇ ਦੂਜੇ ਦਾ ਪੂਜਨ, ਜਾਂ ਇੱਕ ਕਰਮ ਛੱਡ ਕੇ ਦੂਜਾ ਕਰਮ, ਜਾਂ ਇੰਦਰੀਆਂ ਦੀ ਕਸ਼ਮਕਸ਼ ਕਰਕੇ ਵਿਗੁਚੀਆ ਖਰਾਬ ਹੀ ਹੋਈਦਾ ਹੈ। ਖਿੱਚੋ ਤਾਣ ਨੂੰ ਛੱਡ ਦਈਏ, ਖਿੱਚੋ ਤਾਣ ਵਿੱਚ ਖਰਾਬ ਹੋਈਦਾ ਹੈ। ਏਕਸ ਸਿਉ ਲਿਵ ਲਾਏ, ਇਸ ਲਈ ਇੱਕ ਪਰਮੇਸ਼ਰ ਦੇ ਨਾਲ ਹੀ ਚਿੱਤ ਦੀ ਬਿਰਤੀ ਨੂੰ ਲਾਉਣਾ ਚਾਹੀਦਾ ਹੈ। ਜਿੱਥੋਂ ਗੱਲ ਸ਼ੁਰੂ ਹੋਈ ਸੀ ਉੱਥੇ ਹੀ ਸਮਾਪਤੀ ਕਰ ਰਹੇ ਹਨ। ਹਉਮੈ ਮੇਰਾ ਛੱਡ ਤੂੰ, ਇਹ ਭਾਈ ਜੇਕਰ ਤੂੰ ਆਪਣੇ ਅੰਦਰੋਂ ਦੇ ਗੁਣਾ ਆਦਿਕ ਦੀ ਹਉਮੈ ਮਮਤਾ ਤੇ ਪਦਾਰਥਾਂ ਦੀ ਮੇਰ ਤੇਰੇ ਤਿਆਗ ਦੇਵੇਂਗਾ ਤਾਂ ਸੱਚ ਰਹਿ ਸਮਾਏ, ਤਾਂ ਹੀ ਤੂੰ ਜਾਂ ਤੇਰਾ ਮਨ ਸੱਚੇ ਸਰੂਪ 'ਚ ਸਮਾਇਆ ਰਹੇਗਾ। ਸਤਿਗੁਰ ਨੂੰ ਮਿਲੇ ਸੇ ਪਾਇਰਾ, ਸੋ ਇਹ ਭਾਈ ਜਿਹੜੇ ਸਤਿਗੁਰਾਂ ਨੂੰ ਮਿਲੇ ਨੇ ਉਹ ਮੇਰੇ ਭਰਾ ਨੇ, ਮੇਰੇ ਭਾਈ ਹਨ। ਸੱਚਾ ਸ਼ਬਦ ਲਗਾਨਾ, ਸੋ ਜਿਹੜੇ ਸਤਿਗੁਰਾਂ ਨੂੰ ਮਿਲੇ ਨੇ ਉਹ ਗੁਰਾਂ ਦੇ ਸੱਚੇ ਉਪਦੇਸ਼ ਵਿੱਚ ਲੱਗੇ ਹੋਏ ਹਨ। ਸੱਚ ਮਿਲੇ ਸੇ ਨਾ ਵਿਛੜ ਹੈ, ਜੋ ਸੱਚੇ ਉਪਦੇਸ਼ ਨਾਮ ਜਾਂ ਸਤ ਸਰੂਪ 'ਚ ਮਿਲੇ
ਉਹ ਕਦੇ ਵੀ ਵਿਛੜਦੇ ਨਹੀਂ ਹਨ। ਦਰ ਸੱਚੈ ਦੇ ਸੰਨ, ਹਰ ਅੰਤ ਨੂੰ ਵੀ ਸੱਚੇ ਦੀ ਦਰਗਾਹ ਦੇ ਵਿੱਚ ਸੱਚੇ ਹੀ ਦਿਖਦੇ ਨੇ, ਜਾਂ ਸਤ ਸਰੂਪ ਦੇ ਗਿਆਨ ਰੂਪ ਦਰ ਵਿੱਚ ਅਸਥਿਤ ਹੋਏ ਦਿਖਦੇ ਹਨ। ਸੇ ਭਾਈ ਸੇ ਸਜਣਾ, ਅਸਲ ਦੇ ਵਿੱਚ ਉਹੀ ਸਾਡੇ ਭਰਾ ਤੇ ਉਹੀ ਪਿਆਰੇ ਮਿੱਤਰ ਨੇ, ਜੋ ਸੱਚਾ ਸੇਵਨ, ਜਿਹੜੇ ਸੱਚਾ ਨਾਮ ਸੇਵਦੇ ਭਾਵ ਸਿਮਰਦੇ ਨੇ। ਅਵਗਣ ਵਿਕਣ ਪੱਲਰਨ, ਗੁਨਾਹਾਂ ਨੂੰ ਪਰਾਲੀ ਭੌਂ ਦੇ ਭਾਵ ਵੇਚਦੇ ਭਾਵ ਤਿਆਗ ਦਿੰਦੇ ਨੇ, ਜਾਂ ਬੁੱਧੀ ਰੂਪ ਪੱਲੇ ਵਿੱਚ ਔਗਣਾਂ ਨੂੰ ਪਰਾਲੀ ਦੀ ਤਰ੍ਹਾਂ ਖਾਲੀ ਜਾਣ ਕੇ ਤਿਆਗਦੇ, ਤੇ ਸਤ ਸੰਤੋਖ ਆਦਿਕ ਗੁਣਾਂ ਦੀ ਗੁਣ ਕੀ ਸਾਂਝ ਕਰਨ, ਗੁਣਾਂ ਦੀ ਸਾਂਝ ਕਰਦੇ ਹਨ। ਇੱਥੇ ਸਮਾਪਤੀ ਕਰਦੇ ਹਾਂ ਜੀ। ਸ਼ਬਦ ਭਾਵੇਂ ਲੰਮੇਰਾ ਹੋਣ ਕਰਕੇ ਅੱਗੇ ਚੱਲਿਆ ਜਾ ਰਿਹਾ ਹੈ, ਪਰ ਸਮੇਂ ਦੀ ਸਮਾਪਤੀ ਹੈ ਜੀ। ਭੁੱਲ ਚੁੱਕ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ, ਗੁਰੂ ਸਾਹਿਬ ਕਿਰਪਾ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸਾ ਦੇਣ ਜੀ। ਇਸ ਕਰਕੇ ਮਹਾਰਾਜ ਦੀ ਸਾਡੇ 'ਤੇ ਕਿਰਪਾ ਹੋਵੇ। ਸੇ ਪਾਈ ਸੇ ਸਜਣਾ, ਜੋ ਸੱਚਾ ਸੇਵਨ, ਅਵਗਣ ਵਿਕਣ ਪੱਲਰਨ, ਗੁਣ ਕੀ ਸਾਂਝ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।